ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ, ਉੱਘੇ ਲੇਖਕ ਅਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਜਿਹੜੇ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ, ਟੋਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਓਂਕਾਰ ਸਿੰਘ ਫਰੈਜ਼ਨੋ, ਗੁਰਨਾਮ ਸਿੰਘ ਐਂਟੀਲੋਪ, ਜਰਨੈਲ ਸਿੰਘ ਸਿਆਟਲ, ਮਨਦੀਪ ਢਿੱਲੋਂ ਯੂਬਾ ਸਿਟੀ ਤੇ ਲਾਲੀ ਸਿੰਘ ਗਰੇਵਾਲ ਫਰੀਮਾਉਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468-272-5500। ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 4 ਫਰਵਰੀ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ। ਖਬਰਾਂ ਦੇ ਵੱਲ ਆਈਏ ਸ਼ਰਮਾ ਜੀ, ਤੇ ਸ਼ੁਰੂਆਤ ਕਰੀਏ ਪੰਜਾਬ ਦੀ ਸਿਆਸਤ ਦੇ ਨਾਲ ਜੁੜੇ ਇੱਕ ਚਿਹਰੇ ਤੋਂ, ਜਿਹੜੇ ਅੱਜ ਕੱਲ੍ਹ ਦਿੱਲੀ ਦੇ ਵਿੱਚ ਕਾਫੀ ਪੁੱਛ ਪੜਤਾਲ ਤੇ ਪੰਜਾਬ ਦੇ ਮਾਮਲਿਆਂ ਸੰਬੰਧੀ ਖਾਸਾ ਸਰਗਰਮ ਨਜ਼ਰ ਆਉਂਦਾ। ਉਹ ਚਿਹਰਾ ਰਵਨੀਤ ਸਿੰਘ ਬਿੱਟੂ ਦਾ। ਰਵਨੀਤ ਸਿੰਘ ਬਿੱਟੂ ਦਾ ਪਿਛੋਕੜ ਕਾਂਗਰਸੀ ਹੈ, ਕਈ ਪੀੜ੍ਹੀਆਂ ਤੋਂ ਉਹਨਾਂ ਪਿਓ ਦਾਦੇ ਕਾਂਗਰਸੀ ਰਹੇ ਨੇ, ਪਰ ਅੱਜ ਕੱਲ੍ਹ ਉਹ ਭਾਜਪਾ ਦੇ ਵਿੱਚ ਨੇ। ਰਾਹੁਲ ਗਾਂਧੀ ਜਦੋਂ ਪ੍ਰੋਟੈਸਟ ਕਰ ਰਹੇ ਸਨ ਤਾਂ ਉਦੋਂ ਮੁਲਾਕਾਤ ਹੋ ਗਈ, ਆਮੋ ਸਾਹਮਣਾ ਹੋ ਗਿਆ। ਰਾਹੁਲ ਗਾਂਧੀ ਨੇ ਦੂਰੋਂ ਹੀ ਕਹਿਤਾ ਵੀ ਉਹ ਆਉਂਦਾ ਮੇਰਾ ਗੱਦਾਰ ਦੋਸਤ। ਬਹਿਸ ਛਿੜੀ ਹੈ, ਸਵਾਲ ਖੜਾ ਹੋ ਗਿਆ ਕਿ ਗੱਦਾਰ ਕੌਣ ਹੈ ਜੀ? ਪ੍ਰਵੀਨ ਜੀ, ਮਾਮਲਾ ਬਜਟ ਸੈਸ਼ਨ ਦੇ ਦਰਮਿਆਨ ਦਾ ਜੀ। ਬਜਟ ਸੈਸ਼ਨ ਚੱਲਦਿਆਂ ਰਾਹੁਲ ਗਾਂਧੀ ਦੇ ਕੁਝ ਨੁਕਤਿਆਂ ਤੇ ਸਰਕਾਰ ਨੂੰ ਇਤਰਾਜ਼ ਸੀ, ਸਪੀਕਰ ਸਾਹਿਬ ਨੂੰ ਇਤਰਾਜ਼ ਸੀ, ਉਹਨਾਂ ਨੂੰ ਬੋਲਣ ਨਹੀਂ ਦਿੱਤਾ ਜਾ ਰਿਹਾ ਸੀ। ਉਹਨਾਂ ਦੇ ਕੁਝ ਸਾਥੀ ਉਹਨਾਂ ਦੇ ਹੱਕ 'ਚ ਨਿੱਤਰ ਆਏ, ਆਵਾਜ਼ ਜ਼ਿਆਦਾ ਉੱਚੀ ਕਰ ਲਈ, ਜਿਹਦੇ ਕਰਕੇ ਸੱਤਾਧਾਰੀ ਧਿਰ ਨੂੰ ਖਲਲ ਪੈਂਦਾ ਨਜ਼ਰ ਆਇਆ ਤੇ ਉਹ 9 ਦੇ ਕਰੀਬ ਮੈਂਬਰ ਜੀ ਮਤਲਬ ਬਾਹਰ ਕਰਤੇ ਸੰਸਦ ਚੋਂ, ਤੇ ਉਹਨਾਂ 'ਚ 2 ਪੰਜਾਬ ਦੇ ਵੀ ਸੀ, ਰਾਜਾ ਵੜਿੰਗ ਤੇ ਔਜਲਾ। ਉਹ ਉਹਨਾਂ ਦੇ ਕੁਝ ਸਾਥੀ ਨਾਲ ਹੋਰ ਮੈਂਬਰ ਪਾਰਲੀਮੈਂਟ ਬਾਹਰ ਪ੍ਰਦਰਸ਼ਨ ਕਰ ਰਹੇ ਸੀ ਕਿ ਰਾਹੁਲ ਗਾਂਧੀ ਉੱਥੇ ਆਉਂਦੇ ਨੇ ਤੇ ਉਹ ਆਪਣੇ ਮੈਂਬਰ ਸਾਥੀਆਂ ਨੂੰ ਖੜੇ ਦੇਖ ਕੇ ਉਹਨਾਂ ਨਾਲ ਖੜ ਜਾਂਦੇ ਨੇ ਜੀ। ਤੇ ਜਦੋਂ ਉਹ ਆਪਣੀ ਗੱਲ ਕਹਿ ਰਹੇ ਹੁੰਦੇ ਨੇ, ਸਾਹਮਣੇ ਮੀਡੀਆ ਦੇ ਕੈਮਰੇ ਲੱਗੇ ਹੁੰਦੇ ਨੇ, ਐਨ ਉਸੇ ਸਮੇਂ ਫਰੇਮ ਦੇ ਵਿੱਚ ਰਵਨੀਤ ਬਿੱਟੂ ਦੀ ਐਂਟਰੀ ਹੁੰਦੀ ਦਿਖਦੀ ਹੈ। ਸਾਰਿਆਂ ਨੇ ਵੀਡੀਓ ਦੇਖੀ ਆ, ਉਹ ਚੱਲੀ ਇੰਨੀ ਹੈ। ਤੇ ਜਦੋਂ ਬਿੱਟੂ ਆਉਂਦੇ ਨੇ ਤਾਂ ਗੌਰ ਨਾਲ ਦੇਖਿਓ ਉਸ ਵੀਡੀਓ ਨੂੰ ਕਿ ਇਹ ਮਤਲਬ ਫਰੈਂਡ ਕਹਿ ਕੇ ਤੇ ਗੱਦਾਰ ਦੋਸਤ ਕਹਿ ਕੇ, ਜੇ ਆਪਾਂ ਆਪਣੀ ਭਾਸ਼ਾ 'ਚ ਗੱਲ ਕਰਨੀ ਹੋਵੇ, ਹੈ ਨਾ, ਕਹਿ ਕੇ ਰਾਹੁਲ ਗਾਂਧੀ ਉਹਦੇ ਕਨੀ ਹੱਥ ਬਣਾਉਂਦੇ ਨੇ ਤੇ ਸ਼ੁਰੂ 'ਚ ਇੱਕ ਵਾਰ ਹੱਥ ਕੱਢ ਲੈਂਦੇ ਨੇ ਰਵਨੀਤ ਬਿੱਟੂ ਬਣਾਉਣ ਲਈ, ਪਰ ਰੋਕ ਲੈਂਦੇ। ਉਹ ਵੀਡੀਓ ਦੁਬਾਰਾ ਦੇਖਿਓ। ਉਹ ਤੋਂ ਬਾਅਦ ਜਿੱਦਾਂ ਹੀ ਉਹਨਾਂ ਦੇ ਕੰਨਾਂ 'ਚ ਪਏ ਬੋਲ ਉਹਨਾਂ ਦੇ ਦਿਮਾਗ ਤੱਕ ਪਹੁੰਚ ਕੇ ਦੱਸਦੇ ਨੇ ਕਿ ਮਿੱਤਰਾ ਤੈਨੂੰ ਗੱਦਾਰ ਕਿਹਾ, ਫਿਰ ਉਹ ਜਦੇ ਹੱਥ ਦਾ ਐਕਸ਼ਨ ਬਦਲਦਾ। ਸੋ ਪਹਿਲਾਂ ਉਹ ਹੱਥ ਮਿਲਾਉਣ ਵਾਲੇ ਤਰੀਕੇ ਕਰਨ ਵਾਲੇ ਉੱਠਦਾ, ਪਰ ਬਾਅਦ 'ਚ ਉਹ ਜਦੇ ਹੱਥ ਬਦਲ ਜਾਂਦਾ ਤੇ ਫਿਰ ਉਹ ਸ਼ਬਦ ਚੋਣ ਕਰਦੇ ਕਿ ਮੈਨੂੰ ਗੱਦਾਰ ਕਹਿੰਦੇ, ਤੁਸੀਂ ਤਾਂ ਦੇਸ਼ ਦੇ ਦੁਸ਼ਮਣ ਹੋ। ਤੇ ਫਿਰ ਤਾਂ ਉਹੀ ਭਾਜਪਾ ਵਾਲੀ ਬੋਲੀ ਰਾਹੁਲ ਗਾਂਧੀ ਇਗਨੋਰ ਕਰ ਦਿੰਦੇ ਨੇ ਤੇ ਉਹ ਤੋਂ ਬਾਅਦ ਚੰਦ ਸਕਿੰਟਾਂ 'ਚ ਵੀਡੀਓ ਵਾਇਰਲ ਹੋ ਜਾਂਦੀ ਹੈ। ਤੇ ਵਾਇਰਲ ਹੋਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੀ IT ਸੈੱਲ, ਉਹਨਾਂ ਦੀਆਂ ਟੀਮਾਂ, ਉਹਨਾਂ ਦਾ ਸੋ ਕਾਲਡ ਰਾਸ਼ਟਰੀ ਮੀਡੀਆ ਇਸ ਨੂੰ ਦਸਤਾਰ ਦੇ ਅਪਮਾਨ ਵਜੋਂ ਪੇਸ਼ ਕਰਨਾ ਸ਼ੁਰੂ ਕਰ ਦਿੰਦਾ ਹੈ ਕਿ ਜੀ ਇਹ ਤਾਂ ਸਿੱਖ ਨੂੰ ਗੱਦਾਰ ਕਹਿਤਾ, ਇਹ ਤਾਂ ਪੱਗ ਨੂੰ ਗੱਦਾਰ ਕਹਿਤਾ। ਰੋ ਭਾਜਪਾਈ ਲੀਡਰ ਇਹ ਗੱਲ ਕੱਢ ਕੇ ਸਾਹਮਣੇ ਲਿਆਉਂਦੇ ਨੇ ਕਿ ਦੇਖੋ ਜੀ, ਰਾਹੁਲ ਤਾਂ ਉਸ ਟੱਬਰ ਚੋਂ ਹੈ ਜਿਹਨੇ ਸਿੱਖਾਂ ਦੇ ਕਤਲ ਕਰਾਏ। ਮਤਲਬ ਇਹ ਕਿੰਨੀ ਸਿਆਸਤ ਅੰਨੀ ਹੁੰਦੀ ਹੈ, ਕਿੰਨੀ ਸਿਆਸਤ ਮਤਲਬ ਕਿ ਬੇਜ਼ਮੀਰੀ ਹੁੰਦੀ ਹੈ ਕਿ ਉਹ ਭੁੱਲ ਜਾਂਦੇ ਨੇ ਕਿ ਜਦੋਂ ਗਾਂਧੀ ਦਾ ਜ਼ਿਕਰ ਆਊਗਾ ਤਾਂ ਬੇਅੰਤ ਵੀ ਉਸੇ ਕੈਟਾਗਰੀ 'ਚ ਖੜਾ ਹੋਊਗਾ। ਸਹੀ ਗੱਲ ਹੈ, ਬਿਲਕੁਲ। ਜਦੋਂ ਇੰਦਰਾ ਦੇ ਪੰਨੇ ਫਰੋਲੋਗੇ ਤਾਂ ਉਹਦੇ ਵਿੱਚ ਲਹੂ ਡੋਲਣ ਦੇ ਲਈ ਬੇਅੰਤ ਤੇ KPS ਗਿੱਲੇ ਲੱਭਣਗੇ। ਸਹੀ ਗੱਲ। ਤੇ ਫਿਰ ਉਸ ਨੂੰ ਮੰਨਪੀ ਕਰਕੇ ਕਿਵੇਂ ਰੱਖ ਲਓਗੇ? ਦੂਸਰਾ ਸਵਾਲ ਇਹਦੇ ਵਿੱਚ ਇਹ ਹੈ ਕਿ ਇਹ ਸਾਡੇ ਚੁਣੇ ਮੈਂਬਰ ਪਾਰਲੀਮੈਂਟ ਨੇ, ਇੱਕ ਵਿਰੋਧੀ ਧਿਰ ਦਾ ਲੀਡਰ ਹੈ, ਦੂਜਾ ਕੈਬਨਿਟ ਦਾ ਮੰਤਰੀ ਹੈ ਮੋਦੀ ਸਰਕਾਰ 'ਚ। ਜੀ। ਦੋਵਾਂ ਦੀ ਸ਼ਬਦ ਚੋਣ ਤੇ ਵੀ ਸਵਾਲ ਹੈਗਾ। ਜੇ ਸ਼ੁਰੂਆਤ ਰਾਹੁਲ ਗਾਂਧੀ ਨੇ ਕੀਤੀ, ਸ਼ਬਦ ਚੁਣਿਆ ਗਲਤ,
ਇਹ ਵੱਖਰਾ ਤਰੀਕਾ ਹੈ ਕਿ ਹਾਂ ਉਹ ਸ਼ਬਦ ਚੁਣਨਾ ਚਾਹੀਦਾ ਸੀ, ਜਨਤਕ ਪਲੇਟਫਾਰਮ ਤੇ ਬੋਲਣਾ ਚਾਹੀਦਾ ਸੀ ਕਿ ਨਹੀਂ। ਪਰ ਜੋ ਅਸੀਂ ਪੰਜਾਬੀ ਸੱਭਿਆਚਾਰ ਦੇ ਹਵਾਲੇ ਨਾਲ ਦੇਖੀਏ ਤਾਂ ਧੋਖਾ ਕਰਨ ਵਾਲੇ ਨੂੰ ਆਪਣੇ ਆਮ ਗੱਦਾਰ ਕਹਿ ਦਿੱਤਾ ਜਾਂਦਾ। ਸਹੀ ਹੈ। ਤੇ ਹੁਣ ਜੇ ਉਸ ਤਰੀਕਾ ਕਰਨਾ ਕਿਹਾ ਕਿ ਤੂੰ ਟਿਕਟਾਂ ਸਾਤੋਂ ਲਈਆਂ, ਰਾਜ ਭਾਗ ਸਾਡੇ ਨਾਲ ਮਾਣਿਆ, ਤੁਹਾਡੇ ਪਿਓ ਦਾਦਿਆਂ ਨੂੰ ਕੁਰਸੀਆਂ ਅਸੀਂ ਬਖਸ਼ੀਆਂ ਹੈ, ਤੇ ਤੁਸੀਂ ਮਤਲਬ ਕਿ ਸਾਡੇ ਕਹੇ ਤੇ ਸਾਰਾ ਕੁਝ ਖੂਨ ਵੀ ਡੋਲਿਆ, ਲਹੂ ਵੀ ਡੋਲਿਆ ਪੰਜਾਬ ਦਾ, ਸਾਰਾ ਕੁਝ ਕੀਤਾ, ਤੇ ਹੁਣ ਜਦੋਂ ਸਾਡੇ ਹੱਥ ਸੱਤਾ ਨਹੀਂ ਸੀ ਤੁਸੀਂ ਪਲਟ ਗਏ। ਉਸ ਦਰਦ ਚੋਂ ਰਾਹੁਲ ਨੇ ਗੱਦਾਰ ਕਿਹਾ। ਸਹੀ ਗੱਲ। ਇਹਦੇ ਦਾ ਅਰਥ ਹੋਰ ਹੈ। ਪਰ ਜਿਹੜੀ ਬੀਜੇਪੀ ਇਸ ਨੂੰ ਧਰਮ ਦੇ ਮੁੱਦੇ ਤੇ ਲਿਆਉਣਾ ਚਾਹੁੰਦੀ ਆ, ਇਸ ਨੂੰ ਸਿੱਖੀ ਦੇ ਮਸਲੇ ਤੇ ਲਿਆਉਣਾ ਚਾਹੁੰਦੀ ਆ, ਉਹ ਕਸਵੱਟੀ ਤੇ ਜਦੋਂ ਤੋਲਣ ਦੀ ਕੋਸ਼ਿਸ਼ ਕਰੋਗੇ ਤਾਂ ਬਿੱਟੂ ਦਾ ਪਲੜਾ ਘੱਟ ਨਹੀਂ ਆਊਗਾ, ਇੱਕੋ ਤੱਕੜੀ ਤੁਲਣਗੇ। ਹਾਂ, ਆਪਾਂ ਇਸ ਗੱਲ ਨੂੰ ਜੇ ਰਾਜਨੀਤਿਕ ਪੈਮਾਨੇ ਤੋਂ ਦੇਖੀਏ ਤਾਂ ਰਵਨੀਤ ਬਿੱਟੂ ਸਿਰ ਤੋਂ ਘੋਣਾ ਮੋਨਾ ਸੀ। ਮੈਨੂੰ ਨਹੀਂ ਪਤਾ ਅੱਜ ਕੱਲ ਉਹਨੇ ਵਾਲ ਰੱਖ ਲਏ ਜਾਂ ਮਤਲਬ ਅਜੇ ਵੀ ਉਹ ਵਾਲ ਕੱਟਦਾ ਜਾਂ ਕੀ ਕਰਦਾ ਹੈਨਾ। ਤੇ ਉਹਨੂੰ ਯੂਥ ਕਾਂਗਰਸ ਦਾ ਜਦੋਂ ਪ੍ਰਧਾਨ ਬਣਾਇਆ ਤਾਂ ਇਹ ਕਹਿ ਕੇ ਬਣਾਇਆ ਕਿ ਅੱਗੇ ਤੋਂ ਮੈਂ ਤੈਨੂੰ ਪੱਗ 'ਚ ਦੇਖਣਾ। ਉਹਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ। ਇੱਕ ਨਹੀਂ, 2 ਵੀਡੀਓ ਨੇ। ਸਹੀ ਗੱਲ। ਇੱਕ ਇੰਟਰਵਿਊ ਹੈ ਜਿਹਦੇ ਵਿੱਚ ਰਵਨੀਤ ਬਿੱਟੂ ਕਹਿੰਦਾ, ਇੱਕ ਜਦੋਂ ਹਾਲ ਹੀ ਚ ਭਾਰਤ ਜੋੜੋ ਯਾਤਰਾ ਲਈ ਮਤਲਬ ਆਪਣਾ ਰਾਹੁਲ ਗਾਂਧੀ ਆਉਂਦਾ ਹੈ ਤਾਂ ਸਟੇਜ ਤੇ ਨਾਲ ਰਾਹੁਲ ਗਾਂਧੀ ਖੜਾ ਤੇ ਪੱਗ ਨੂੰ ਬਾਰ-ਬਾਰ ਹੱਥ ਲਾ ਕੇ ਕਹਿੰਦਾ ਜੀ ਇਹ ਪੱਗੇ ਮੈਨੂੰ ਰਾਹੁਲ ਗਾਂਧੀ ਨੇ ਦਿੱਤੀ। ਮਤਲਬ ਚਾਪਲੂਸੀ ਕਿੱਥੇ ਤੱਕ ਜਾਂਦੇ ਹੋ ਤੁਸੀਂ। ਸਹੀ ਗੱਲ, ਬਿਲਕੁਲ। 10ਮ ਪਾਤਸ਼ਾਹੀ ਦੀ ਬਖਸ਼ੀ ਦਸਤਾਰ ਨੂੰ ਤੂੰ ਰਾਹੁਲ ਗਾਂਧੀ ਦੀ ਦਿੱਤੀ ਪੱਗ ਕਹਿਣ ਲੱਗਿਆ। ਸਹੀ ਗੱਲ। ਕਿਉਂਕਿ ਤੈਨੂੰ ਮੌਕੇ ਦੀ ਉਸ ਸਮੇਂ ਦੀ ਉਹ ਨਜਿੱਠਦੀ ਰਾਜਨੀਤੀ ਕਰਨੀ ਪਸੰਦ ਸੀ। ਸਹੀ। ਤੇ ਅੱਜ ਤੈਨੂੰ ਉਹੀ ਰਾਹੁਲ ਗਾਂਧੀ ਤੇਰੀ ਪੱਗ ਖੋਂਦਾ ਦਿਖਦਾ। ਕੱਲ ਤੱਕ ਤੂੰ ਕਹਿ ਰਿਹਾ ਸੀ ਕਿ ਮੈਨੂੰ ਪੱਗ ਪਾਉਣ ਲਈ, ਬੰਨਣ ਲਈ ਇਸੇ ਨੇ ਕਿਹਾ ਕਿ ਪੱਗ ਬੰਨਿਆ ਕਰ, ਹੈਨਾ। ਤੇ ਇਹ ਇਸ ਲਈ ਕਹਿੰਦਾ ਜੀ ਮੈਨੂੰ ਤਾਂ ਰਾਹੁਲ ਗਾਂਧੀ ਨੇ ਪੱਗ ਦਿੱਤੀ ਹੈ। ਜਦ ਤੱਕ ਤਾਂ ਤੁਸੀਂ ਇਹ ਕਹਿੰਦੇ ਸੀ, ਅੱਜ ਤੁਸੀਂ ਕਹਿੰਦੇ ਜੀ ਮੇਰੀ ਪੱਗ ਢਾਉਣ ਲੱਗਿਆ ਸੀ, ਮੇਰੀ ਪੱਗ ਲਾਉਣ ਲੱਗਿਆ ਸੀ, ਹੈਨਾ, ਮੈਨੂੰ ਕੁੱਟਣ ਲੱਗਿਆ ਸੀ। ਮਤਲਬ ਸ਼ਬਦ ਤੁਹਾਡੀ ਬੋਡੀ ਲੈਂਗੁਏਜ ਨਾਲ ਮੈਚ ਨਹੀਂ ਕਰਦੇ। ਫਿਰ ਉਹ ਪਤਾ ਲੱਗਦਾ ਕਿ ਤੁਸੀਂ ਹੁਣ ਇਹ ਸਿਆਸਤ ਕਰਕੇ ਬੀਜੇਪੀ ਪੰਜਾਬ 'ਚ ਲਾਂਬੂ ਲਾਉਣਾ ਚਾਹੁੰਦੀ ਹੈ ਕੋਈ ਨਵਾਂ। ਸਹੀ ਹੈ। ਦੇਖੋ, ਜੇ ਮਤਲਬ ਦਿੱਲੀ ਆਪਣਾ ਦਰਬਾਰ ਸਾਹਿਬ ਦਾ ਹਮਲਾ ਤੇ ਦਿੱਲੀ ਦਾ ਸਿੱਖ ਕਤਲੇਆਮ, ਉਹਦੇ ਲਈ ਕਾਂਗਰਸ ਕਦੇ ਮਾਫ ਨਹੀਂ ਕੀਤੀ ਜਾ ਸਕਦੀ। ਬਿਲਕੁਲ ਬਿਲਕੁਲ ਬਿਲਕੁਲ। ਤਾਂ ਫਿਰ ਪੰਜਾਬ ਦੇ ਵਿੱਚ ਨੌਜਵਾਨਾਂ ਦੇ ਘਾਣ ਦੇ ਲਈ, ਝੂਠੇ ਕਤਲੇਆਮ ਦੇ ਲਈ, ਝੂਠੇ ਮੁਕਾਬਲਿਆਂ ਦੇ ਲਈ ਬਿਆਨ ਸਿੰਘ ਤੇ KPS ਗਿੱਲ ਨੂੰ ਮਾਫ ਕਰ ਲਓਗੇ? ਨਹੀਂ, ਬਿਲਕੁਲ ਨਹੀਂ, ਕਦੇ ਵੀ ਨਹੀਂ। ਬਿਲਕੁਲ। ਫਿਰ ਜੇ ਉਹਨਾਂ ਦਾ ਪੋਤਾ ਇਸ ਕਟਹਿਰੇ 'ਚ ਖੜਾ ਹੈ, ਗਾਂਧੀ ਦਾ, ਇੰਦਰਾ ਗਾਂਧੀ ਦਾ, ਤੇ ਫਿਰ ਬਿਆੰਤੀ ਦੇ ਪੋਤਾ ਵੀ ਫਿਰ ਉਸੇ ਕੈਟਾਗਰੀ 'ਚ ਖੜਾ, ਫਿਰ ਵੱਖਰਾ ਕੀ ਹੈ ਦੋਵਾਂ 'ਚ? ਜੀ ਸਹੀ ਹੈ। ਸਵਾਲ ਤਾਂ ਫਿਰ ਇਹ ਹੈ ਨਾ। ਤੇ ਇਸ ਲਈ ਬੀਜੇਪੀ ਜਿਹੜੇ ਨੁਕਤੇ ਤੇ ਰਾਜਨੀਤੀ ਲੈਣਾ ਚਾਹੁੰਦੀ ਹੈ ਉਹ ਤਾਂ ਟਕਰਾਅ ਵਾਲੀ ਰਾਜਨੀਤੀ, ਉਹ ਮੁੱਦਿਆਂ ਤੋਂ ਭਟਕਾਉਣ ਵਾਲੀ ਰਾਜਨੀਤੀ ਹੈ। ਇਹ ਤੋਂ ਵੱਧ ਕੇ ਕੁਝ ਨਹੀਂਗਾ। ਸਹੀ ਹੈ। ਸੋ ਮੈਨੂੰ ਅੱਜ ਵੀ ਚੇਤੇ ਹੈ ਕਿ 2008 'ਚ ਯੂਥ ਕਾਂਗਰਸ ਦਾ ਪ੍ਰਧਾਨ ਰਵਨੀਤ ਬਿੱਟੂ ਬਣ ਕੇ ਆਉਂਦਾ। 2009 'ਚ ਅਨੰਦਪੁਰ ਸਾਹਿਬ ਤੋਂ ਉਹਨੂੰ ਮੈਂਬਰ ਪਾਰਲੀਮੈਂਟ ਦੀ ਟਿਕਟ ਦੇ ਦਿੱਤੀ ਜਾਂਦੀ ਹੈ ਤੇ ਇਹ ਅਨੰਦਪੁਰ ਸਾਹਿਬ ਤੋਂ ਲੜਨਾ ਨਹੀਂ ਚਾਹੁੰਦਾ ਸੀ। ਇਹ ਕਹਿੰਦਾ ਜੀ ਸਾਡਾ ਖੇਤਰ ਤਾਂ ਪੈਰ ਵਾਲਾ ਖੇਤਰ, ਨੂੰ ਉਧਰ ਦੋ, ਲੁਧਿਆਣੇ ਦੋ। ਇਹਨੂੰ ਟਿਕਟ ਮਿਲ ਗਈ, ਲੜਾਇਆ, ਜਿਤਾਇਆ ਵੀ। ਬਿਲਕੁਲ। ਅਗਲੀ ਵਾਰ ਮਨੀਸ਼ ਤਿਵਾੜੀ ਦੀਆਂ ਲੱਤਾਂ ਭਾਰ ਚੱਲਣੋਂ ਹਟ ਗਈਆਂ, ਉਹ ਲੁਧਿਆਣੇ ਤੋਂ ਲੜਨਾ ਨਹੀਂ ਚਾਹੁੰਦਾ ਸੀ। ਰਵਨੀਤ ਬਿੱਟੂ ਨੂੰ ਕਿਹਾ ਕਿ ਤੂੰ ਲੁਧਿਆਣੇ ਜਾ, ਲੁਧਿਆਣੇ ਜਾਣਾ ਨਹੀਂ ਚਾਹੁੰਦਾ ਸੀ। ਫਿਰ ਸਹੀ ਹੈ, ਇਹਨੂੰ ਲੱਗਿਆ ਕਿ ਮੈਂ ਇਸ ਖੇਤਰ 'ਚ ਕੰਮ ਕਰ ਲਿਆ, ਮੇਰੀ ਪਹਿਚਾਣ ਹੋ ਗਈ, ਲੋਕ ਮੈਨੂੰ ਜਾਣਦੇ ਨੇ, ਮੈਨੂੰ ਇੱਥੇ ਰਹਿਣ ਦਿਓ। ਉਹ ਕਹਿੰਦੇ ਕੋਈ ਨਾ, ਜਦੋਂ ਪਹਿਲੀ ਵਾਰ ਤੈਨੂੰ ਇੱਥੇ ਲੜਾ ਲਿਆ, ਉੱਥੇ ਵੀ ਲੜਾ ਕੇ ਜਿਤਾ ਲਿਆ, ਤੂੰ ਚੱਲ ਉੱਥੇ। ਸਹੀ ਹੈ। ਉੱਥੇ ਵੀ ਜਿਤਾਇਆ, ਇਹਦੇ ਚਾਚੇ ਦੇ ਮੁੰਡੇ ਨੂੰ ਵੀ ਜਿਤਾਇਆ, ਹੈਨਾ। ਮਤਲਬ ਫਿਰ ਇਹ ਅਗਲੀ ਵਾਰ MP ਦੀਆਂ ਚੋਣਾਂ ਆਈਆਂ 2009 ਤੋਂ ਬਾਅਦ, ਅਨੰਦਪੁਰ ਸਾਹਿਬ ਤੋਂ 2014 ਚੋਂ ਲੁਧਿਆਣਾ, 2019 ਚ ਫਿਰ ਲੁਧਿਆਣਾ। 3 ਵਾਰ ਮੈਂਬਰ ਪਾਰਲੀਮੈਂਟ ਬਣਿਆ। ਤੇ ਫਿਰ ਬੀਜੇਪੀ ਕਨੀ ਜਦੋਂ ਗਿਆ ਤਾਂ ਜਿੱਤ ਵੀ ਨਹੀਂ ਸਕਿਆ, ਉਸੇ ਲੁਧਿਆਣੇ ਚੋਂ ਹਾਰ ਗਿਆ। ਬਿਲਕੁਲ। ਤੇ ਪਰ ਅਗਲੇ ਤਾਂ ਪੱਗਾਂ ਦੇ ਮੁੱਲ ਪਾਉਂਦੇ ਨੇ, ਅਗਲੇ ਕਹਿੰਦੇ ਆ ਜਾ, ਸੋ ਉਧਰ ਨੂੰ ਲੈ ਗਏ। ਸੋ ਇਹ ਰਾਜਨੀਤੀ ਆ ਜਿਹੜੀ, ਇਹ ਮੌਕੇ ਦੀ ਚਾਪਲੂਸੀ ਵਾਲੀ ਰਾਜਨੀਤੀ ਆ। ਉਹ ਰਾਹੁਲ ਗਾਂਧੀ ਦਾ ਸ਼ਬਦ ਚੋਣ ਗਲਤ ਹੋ ਸਕਦੀ ਆ, ਪਰ ਜਿਹੜਾ ਉਹਦਾ ਬਾਅਦ ਵਾਲਾ ਬਿਆਨ ਸੀ ਕਿ ਕੋਈ ਨਾ ਮੁੜ ਕੇ ਸਾਡੇ ਕੋਲ ਆਏਗਾ, ਇਹ ਬੜਾ ਕੌਨਫੀਡੈਂਸ ਵਾਲਾ ਮਤਲਬ ਬੋਲ ਸੀਗਾ ਕਿ ਕੋਈ ਗੱਲ ਨਹੀਂ, ਕੱਲ ਨੂੰ ਤਖਤ ਪਲਟਣਾ ਹੈ। ਬੇਸ਼ੱਕ ਕਾਂਗਰਸ ਉਹਦੇ ਨੁਕਤਿਆਂ ਤੇ ਲੜਦੀ ਕਦੇ ਨਜ਼ਰ ਨਹੀਂ ਆਉਂਦੀ ਰਾਹੁਲ ਗਾਂਧੀ ਵਾਲਿਆਂ ਤੇ, ਖਾਸ ਕਰਕੇ ਪੰਜਾਬ ਦੀ ਲੀਡਰਸ਼ਿਪ ਤਾਂ ਜਮਾ ਦਿਲਾਂ 'ਚ ਤੇਲ ਹੈ ਨਹੀਂ ਉਹਨਾਂ 'ਚ। ਤਾਂ ਉਹਦਾ ਕੋਈ ਆਪਣੀ ਬੱਸਾਂ ਦੀ ਬਾਡੀ ਬਚਾਉਂਦਾ ਫਿਰਦਾ ਤੇ ਕੋਈ ਈਡੀ ਤੋਂ ਆਪਣਾ ਗੁਲਾਮਾਂ ਬਚਾਉਂਦਾ ਫਿਰਦਾ। ਸਹੀ ਸਹੀ ਹੈਨਾ। ਪਰ ਉਸ ਦਾ ਇਹ ਕੌਨਫੀਡੈਂਸ ਮਤਲਬ ਕਿ ਕਿਤੇ ਨਾ ਕਿਤੇ ਕੋਈ ਗੱਲ ਨਹੀਂ, ਕੱਲ ਨੂੰ ਸਾਡੇ ਕੋਲ, ਕਿਉਂਕਿ ਇਹਦਾ ਮਤਲਬ ਤੁਸੀਂ
ਸੱਤਾ ਦੇ ਨਾਲ ਪਲਟਣ ਵਾਲੇ ਲੋਕ ਹੁੰਦੇ, ਉਹ ਇਸ ਲਈ ਕਹਿ ਰਹੇ ਕਿ ਕੱਲ ਜਦੋਂ ਸੱਤਾ ਪਲਟੀ ਤੂੰ ਪਲਟੇਗਾ ਜੀ। ਸਹੀ ਹੈ। ਪਰ ਭਾਜਪਾ ਜਿਵੇਂ ਇਸ 2 ਸੰਸਦ ਮੈਂਬਰਾਂ ਦੇ ਬੋਲਾਂ ਦੇ ਤਕਰਾਰ ਨੂੰ ਫਿਰਕੂ ਰੰਗ ਦੇ ਰਹੀ ਆ, ਇਹ ਰਾਜਨੀਤੀ ਦਾ ਕੋਈ ਪੱਧਰ ਨਹੀਂ ਹੈ। ਸਹੀ ਹੈ, ਬਿਲਕੁਲ। ਇਹ ਬਿਲਕੁਲ ਅਣਛੋਇਆ ਇੱਕ ਪੱਖ ਸੀਗਾ, ਪਹਿਲੂ ਸੀਗਾ ਸ਼ਰਮਾ ਜੀ ਜਿਹੜਾ ਤੁਸੀਂ ਛੋਇਆ ਕਿ ਵਜ਼ੀਰੀਆਂ ਮਾਣੀਆਂ, ਸਾਰਾ ਕੁਝ ਕੀਤਾ, ਤੇ ਇਹ ਬਹੁਤ ਵੱਡੀ ਗੱਲ ਕਿ ਬਿੱਟੂ ਨੂੰ ਜਿਹੜਾ ਪੋਲੀਟੀਕਲ ਕਰੀਅਰ ਹੈ ਉਹ ਉੱਥੋਂ ਹੀ ਤਾਕੀਦ ਹੋਈ ਸੀ ਕਿ ਬਈ ਜੇ ਤੂੰ ਵਾਕਈ ਇੱਧਰ ਆਉਣਾ ਚਾਹੁੰਦਾ ਤੇ ਤੂੰ ਪੱਗ ਦਸਤਾਰ ਸਜਾ ਉਹਦੇ ਉੱਤੇ। ਤੇ ਇਹ ਵੀ ਗੱਲ ਬਿਲਕੁਲ ਸਹੀ ਹੈ ਵੀ ਦਸਤਾਰ ਕਿਸੇ ਗਾਂਧੀ ਦੀ ਜਾਂ ਕਿਸੇ ਅਮਿਤ ਸ਼ਾਹ ਦੀ ਨਹੀਂ ਦਿੱਤੀ ਹੋਈ, ਇਹ 10ਵੇਂ ਪਾਤਸ਼ਾਹ ਦੀ ਦਿੱਤੀ ਹੋਈ ਹੈ। ਪਤਾ ਨਹੀਂ ਕਿਉਂ ਇਹ ਪੋਲੀਟੀਕਲ ਲੋਕ ਭੁੱਲ ਜਾਂਦੇ ਨੇ। ਹਾਂਜੀ ਜੀ ਪ੍ਰਵੀਨ ਜੀ, 2 ਵੀਡੀਓ ਬੇਸ਼ੱਕ ਬਿੱਟੂ ਦੀਆਂ ਚੱਲ ਰਹੀਆਂ, ਉਹ ਤੋਂ ਬਿਨਾ ਬਿੱਟੂ ਨੂੰ ਜਾਣਨ ਵਾਲੇ, ਬਿੱਟੂ ਨੂੰ ਮਿਲਣ ਵਾਲੇ ਇਸ ਗੱਲ ਦਾ ਗਵਾਹੀ ਭਰਦੇ ਨੇ ਕਿ ਬਿੱਟੂ ਹਰ ਥਾਂ ਇਸ ਗੱਲ ਦਾ ਜ਼ਿਕਰ ਕਰਦਾ ਸੀ, ਆਮ ਮਹਿਫਲਾਂ 'ਚ, ਆਮ ਮੀਟਿੰਗਾਂ 'ਚ, ਆਮ ਦੌਰ 'ਚ। ਜੀ ਬਿਲਕੁਲ। ਤੇ ਅਗਲੀ ਖਬਰ ਦੇ ਵੱਲ ਵਧੀਏ। ਅਗਲੀ ਖਬਰ ਵੀ ਲੋਕ ਸਭਾ ਦੀ ਕਾਰਵਾਈ ਦੇ ਨਾਲ ਜੁੜੀ ਹੋਈ ਹੈ। ਕਿਤਾਬ ਤੇ ਤਾਂ ਝਗੜਾ ਬਹੁਤ ਹੋ ਗਿਆ, ਪਰ ਕਹਿੰਦੇ ਜਿਹੜੀ ਗੱਲ ਹੋਣੀ ਚਾਹੀਦੀ ਸੀ, ਬਹਿਸ ਹੋਣੀ ਚਾਹੀਦੀ ਸੀ, ਉਹ ਨਹੀਂ ਹੋ ਸਕੀ ਜੀ। ਬਿਲਕੁਲ ਜੀ। ਫੌਜ ਮੁਖੀ, ਸਾਬਕਾ ਫੌਜ ਮੁਖੀ ਨਿਰਵਾਣਾ ਹੋਰਾਂ ਦੀ ਕਿਤਾਬ ਦੇ ਉੱਤੇ ਜੀ ਬੋਲਣ ਤੋਂ ਰਾਹੁਲ ਗਾਂਧੀ ਨੂੰ ਪਿਛਲੇ 3 ਦਿਨਾਂ ਤੋਂ ਲਗਾਤਾਰ ਲਗਭਗ ਰੋਕਿਆ ਜਾ ਰਿਹਾ। ਉਹਨਾਂ ਨੂੰ ਬੋਲਣ ਨਹੀਂ ਦਿੱਤਾ ਜਾ ਰਿਹਾ, ਤੇ ਉਹ ਸਮਾਂ ਦਰ ਸਮਾਂ ਉੱਥੇ ਤਕਰਾਰ ਹੁੰਦੀ ਹੈ, ਬਹਿਸ ਹੁੰਦੀ ਹੈ। ਕੱਲ ਤਾਂ ਫਿਰ ਕਿਤਾਬ ਵੀ ਚੱਕੀ ਫਿਰਦੇ ਸੀ। ਬੇਸ਼ੱਕ ਹੁਣ ਇਹ ਸਵਾਲ ਤਾਂ ਖੜਾ ਹੈ ਕਿ ਕਿਤਾਬ ਛਪੀ ਕਿਵੇਂ ਹੈ, ਕਿਉਂਕਿ ਜੇ ਭਾਰਤ ਸਰਕਾਰ ਨੇ, ਰੱਖਿਆ ਮੰਤਰਾਲੇ ਨੇ ਮਨਜ਼ੂਰੀ ਨਹੀਂ ਦਿੱਤੀ ਫੌਜ ਮੁਖੀ ਨੂੰ, ਫਿਰ ਉੱਥੋਂ ਖਰੜਾ ਤਾਂ ਸੀ ਪਬਲਿਕ। ਪਰ ਤੁਸੀਂ ਦਿੱਲੀ ਦੀਆਂ ਨਾ ਸੜਕਾਂ ਤੇ ਨਿਕਲੇ ਹੋ ਕਦੇ ਪ੍ਰਵੀਨ ਜੀ? ਜੀ ਜੀ। ਲਾਈਟਾਂ ਦੇ ਉੱਤੇ, ਯੂਨੀਵਰਸਿਟੀਆਂ ਦੇ ਨੇੜੇ ਹੈ ਨਾ, ਜਾਂ ਮਤਲਬ ਕਿ ਜਿੱਥੇ ਵੀਜ਼ੇ ਵੂਜ਼ੇ ਲਵਾਉਣ ਲੋਕ ਜਾਂਦੇ ਨੇ, ਵੈਸੀਆਂ ਵੂਸੀਆਂ ਦੇ ਉਹਦੇ ਨੇੜੇ ਲਾਈਟਾਂ ਦੇ ਉੱਤੇ ਲੋਕ ਮਿਲਣਗੇ ਤੁਹਾਨੂੰ। ਉਹ ਮਹਿੰਗੀਆਂ ਕਿਤਾਬਾਂ ਜਿਹੜੀਆਂ ਬਹੁਤ ਕਾਸਟਲੀ ਮਿਲਦੀਆਂ ਨੇ, ਹੈ ਨਾ, ਉਹ ਡੁਪਲੀਕੇਟ ਛਪੀਆਂ ਹੋਈਆਂ ਸਸਤੀਆਂ ਮਿਲ ਜਾਂਦੀਆਂ ਨੇ। ਕਿਤਾਬ 'ਚ ਕੋਈ ਫਰਕ ਨਹੀਂ ਹੁੰਦਾ, ਕਾਗਜ਼ੇ ਫਰਕ ਹੁੰਦਾ ਮਤਲਬ। ਬਿਲਕੁਲ ਬਿਲਕੁਲ, ਹੈ ਨਾ। ਸੋ ਇਹਦਾ ਮਤਲਬ ਕੀ ਉਹ ਖਰੜੇ ਤੋਂ ਚੱਕ ਕੇ ਕਿਸੇ ਨੇ ਕਿਤਾਬ ਛਾਪਤੀ ਹੈ ਤਾਂ ਰਾਹੁਲ ਦੱਸ ਸਕਦਾ ਹੈ ਕਿ ਉਹ ਅਸਲੀ ਹੈ ਕਿ ਨਕਲੀ ਹੈ, ਹੈ ਨਾ। ਕਿ ਜਿਹਨੂੰ ਅਧਿਕਾਰ ਦਿੱਤਾ ਸੀ ਛਾਪਣ ਦਾ, ਉਸੇ ਨੇ ਛਾਪਤੀ ਜਾਂ ਕਿਸੇ ਹੋਰ ਨੇ ਛਾਪਤੀ, ਬਾਹਰੋਂ ਛਪਾਤੀ, ਇਹ ਤਾਂ ਖੇਡ ਹੈ। ਕਿਉਂਕਿ ਹੁਣ ਪਤਾ ਹੈ ਮੌਕਾ, ਹੁਣ ਇਹ ਕਿਤਾਬ ਵਿਕਣੀ ਹੋ ਵਿਕਣੀ ਹੈ। ਸਹੀ ਹੈ। ਸੋ ਕਿਤਾਬ ਦੀ ਡਿਮਾਂਡ ਤਾਂ ਹੋ ਗਈ। ਜਿਹੜੇ ਵਿਰੋਧੀਆਂ ਨੇ ਮੁੱਦਾ ਚੁੱਕਿਆ ਉਹ ਚਾਹੇ ਘੱਟ ਪੜਨ, ਸੱਤਾਧਾਰੀ ਧਿਰ ਹੁਣ ਵੱਧ ਪੜੂਗੀ ਇਹਨੂੰ। ਸਹੀ ਗੱਲ ਹੈ, ਬਿਲਕੁਲ। ਪੰਜਾਬ ਦੀ ਇੱਕ ਅਖਬਾਰ ਜਿਹੜੀ ਹਮੇਸ਼ਾ ਸੱਤਾ ਦੀ ਝੋਲੀ ਪੈਂਦੀ ਆ ਰਹੀ ਆ, ਅੱਛਾ, ਹੈ ਨਾ, ਕਹਾਉਂਦੀ ਆਪਣੇ ਆਪ ਨੂੰ ਪੰਥ ਦੀ ਅਖਬਾਰ ਆ, ਉਸ ਦੇ ਉੱਤੇ ਇੱਕ ਵਾਰ SGPC ਨੇ ਰੋਕ ਲਾਤੀ। ਠੀਕ ਹੈ। ਤੇ ਉਹ ਅਖਬਾਰ ਸਭ ਤੋਂ ਵੱਧ SGPC ਦੇ ਦਫ਼ਤਰਾਂ 'ਚ, SGPC ਮੈਂਬਰਾਂ ਦੇ ਘਰੇ ਹੀ ਜਾਂਦੀ ਸੀ, ਕਿਉਂਕਿ ਲਿਖਦੇ ਹੀ ਉਹਨਾਂ ਖਿਲਾਫ ਸੀ ਉਸ ਟਾਈਮ। ਅਕਾਲੀ ਲੀਡਰਸ਼ਿਪ ਖਿਲਾਫ ਲਿਖਦੇ ਸੀ। ਉਹ ਕਹਿੰਦੇ ਬਿੱਲ ਕਿਸੇ ਹੋਰ ਅਖਬਾਰ ਦਾ ਨਾਂ ਪਾ ਕੇ ਇਕੱਠੀ ਵਾਰ ਅਖਬਾਰ ਜ਼ਰੂਰ ਦੇ ਜਾ ਕਰੀ। ਠੀਕ ਹੈ, ਅੱਛਾ। ਸੋ ਇਹ ਉਹੀ ਤਰੀਕਾ ਹੈ। ਹੁਣ ਨਿਰਵਾਣੇ ਦੀ ਕਿਤਾਬ ਦਾ ਬਿੱਲ ਚਾਹੇ ਕਿਸੇ ਹੋਰ ਨਾਮਾਂ ਤੇ ਕਟਾਉਣੇ, ਕਿਤਾਬ ਸੈਂਟਰਾਂ ਤੋਂ, ਪਰ ਕਿਤਾਬ ਖਰੀਦਣਗੇ ਜ਼ਰੂਰ, ਬਿਲਕੁਲ, ਪੜਨਗੇ। ਪਰ ਸਵਾਲ ਇਹ ਹੈ ਕਿ ਜੇ ਇੱਕ ਫੌਜ ਮੁਖੀ ਦੇ ਵੱਲੋਂ ਇਹ ਸਵਾਲ ਸਾਹਮਣੇ ਲਿਆਂਦਾ ਗਿਆ ਕਿ ਚੀਨ ਦੇ ਵੱਲੋਂ ਅਟੈਕ ਹੁੰਦਾ ਹੈ ਭਾਰਤ ਤੇ ਫੌਜ ਨੂੰ ਲਾਚਾਰ ਛੱਡ ਦਿੱਤਾ ਜਾਂਦਾ ਹੈ, ਕੱਲਿਆਂ ਛੱਡ ਦਿੱਤਾ ਜਾਂਦਾ ਹੈ, ਉਹਦੇ ਉੱਤੇ ਉਹ ਚਰਚਾ ਹੋਣੀ ਚਾਹੁੰਦੀ ਹੈ, ਤਾਂ ਉਹ ਚਰਚਾ ਕਰਨ ਤੋਂ ਸੱਤਾਧਾਰੀ ਧਿਰ ਭਗੌੜੀ ਹੋ ਰਹੀ ਹੈ। ਜੀ ਸਹੀ ਹੈ, ਸਹੀ ਹੈ। ਪਰ ਜਦੋਂ ਇਹ ਕਿਤਾਬ ਵਾਲਾ ਮਸਲਾ ਆ, ਰਾਹੁਲ ਗਾਂਧੀ ਉਹ ਕਿਤਾਬ ਚੱਕ ਰਿਹਾ ਤੇ BJP ਵਾਲੇ ਗਾਂਧੀ ਪਰਿਵਾਰ ਦੇ ਖਿਲਾਫ ਬਹੁਤ ਕਿਤਾਬਾਂ ਚੱਕੀ ਫਿਰਦੇ ਸੀ। ਕੱਲ ਉਹ ਨਿਸ਼ੀਕਾਂਤ ਤਾਂ ਕਹਿੰਦਾ ਜੀ ਦਰਜਨਾਂ ਕਿਤਾਬਾਂ ਦੇ, ਉਹਨੂੰ ਬੋਲਣ ਦਾ ਮੌਕਾ ਵੀ ਮਿਲਿਆ ਕੱਲ। ਕਮਾਲ ਦੇਖ ਲਓ ਤੁਸੀਂ, ਹੈ ਨਾ। ਤੇ ਬਿਰਲਾ ਦੀਆਂ ਪੁਰਾਣੀਆਂ ਕਿੰਨੀਆਂ ਹੀ ਵੀਡੀਓ ਨਿਕਲ ਰਹੀਆਂ ਨੇ ਕਿ ਕਦੇ ਨਿਯਮ ਕਿਹੜਾ ਬਣ ਜਾਂਦਾ, ਕਦੇ ਨਿਯਮ ਕਿਹੜਾ ਬਣ ਜਾਂਦਾ। ਸੋ ਇਸ ਲਈ ਇਸ ਪਹਿਲੂ ਦੇ ਉੱਤੇ ਸਮਝਣ ਦੀ ਲੋੜ ਹੈ ਕਿ ਸੰਸਦ ਲੋਕ ਮੁੱਦਿਆਂ ਤੇ ਬਹਿਸ ਕਰਨ ਤੋਂ ਭਗੌੜਾ ਹੈ। ਵਿਰੋਧੀ ਧਿਰ ਇਸ ਵਾਰ ਵੱਡੀ ਤਾਕਤ ਰੱਖਦੀ ਹੈ, ਉਹਦੇ ਬਾਵਜੂਦ ਵੀ ਉਹਨੂੰ ਸਪੇਸ ਦੇਣ ਦੀ ਉਹਨਾਂ ਦੀ ਮਨ ਨਹੀਂ ਬਣਦਾ। ਤੇ ਕੱਲ ਪ੍ਰਧਾਨ ਮੰਤਰੀ ਸਾਹਿਬ ਭੱਜੇ ਗਏ, ਫਿਰ ਉਹ ਕਹਿੰਦੇ ਜੀ ਬੋਲਣੇ ਨਹੀਂ ਆਏ। ਕਿਉਂ? ਕਹਿੰਦੇ ਕਿ ਜੀ ਮਤਲਬ ਵਿਰੋਧੀ ਧਿਰ ਤਾਂ ਸਵਾਲ ਖੜੇ ਕਰ ਰਹੀ ਸੀ, ਕਹਿੰਦੇ ਜੀ ਬੋਲਣ ਤਾਂ ਜੇ ਬਹਿਸ ਹੋਈ ਹੋਵੇ, ਕੁਝ ਕਿਸੇ ਬਹਿਸ ਦੇ ਆਧਾਰ ਤੇ ਬੋਲਣਗੇ, ਬਹਿਸ ਤਾਂ ਕਰਾਉਂਦੇ ਨਹੀਂ। ਸਹੀ ਹੈ, ਸਹੀ ਹੈ, ਬਿਲਕੁਲ। ਸੋ ਇਸ ਲਈ ਕਿਤਾਬ ਵਾਲੇ ਮੁੱਦੇ ਤੇ ਵੀ, ਚੀਨ ਵਾਲੇ ਮੁੱਦੇ ਤੇ ਵੀ, ਤੇ ਆ ਡੀਲ ਵਾਲੇ ਮੁੱਦੇ ਤੇ ਵੀ ਸੱਤਾ ਘਿਰੀ ਹੋਈ ਹੈ। ਪਰ ਕਿਸੇ ਵੀ ਮਸਲੇ ਤੇ ਬੋਲਣ ਤੋਂ, ਜਵਾਬ ਦੇਣ ਤੋਂ ਬਚਣ ਦਾ ਉਹਨਾਂ ਕੋਲ ਇੱਕੋ ਇੱਕ ਤਰੀਕਾ ਕਿ ਹਗਾਮਾ ਕਰੋ। ਬਿਲਕੁਲ ਬਿਲਕੁਲ। ਤੇ ਵਿਰੋਧੀਆਂ ਨੂੰ ਘੇਰਨ ਦੇ ਲਈ ਵਿਰੋਧੀਆਂ ਤੋਂ ਉੱਚੀ ਆਵਾਜ਼ ਚੱਕੋ। ਸੋ ਵਿਰੋਧੀ ਧਿਰ ਵੀ ਜਿਸ ਤਰ੍ਹਾਂ ਕੱਲ ਮਤਲਬ ਸਾਹਮਣੇ ਆ ਗਈ ਜੀ, ਉਹਨਾਂ ਕੁਰਸੀਆਂ ਘੇਰ ਲੀਆਂ ਜੀ, ਪ੍ਰਧਾਨ ਮੰਤਰੀ ਦੀ ਕੁਰਸੀ ਵੀ ਘੇਰ ਲਈ, ਮੰਤਰੀਆਂ ਦੀ ਘੇਰ ਲੀਆਂ, ਤਕਰਾਰ ਬਹੁਤ ਹੋਇਆ। ਸੋ ਇੰਜ ਲੋਕ ਮੁੱਦਿਆਂ ਦਾ
ਸਮਾਂ ਬਰਬਾਦ ਜ਼ਰੂਰ ਹੁੰਦਾ, ਪਰ ਮੁੱਦਿਆਂ ਤੇ ਬਹਿਸ ਕਰਾਉਣ ਦਾ ਮਾਹੌਲ ਸੱਤਾਧਾਰੀ ਧਰਨੇ ਦੇਣਾ ਹੁੰਦਾ, ਜਿਹੜੀ ਚਰਚਾ ਕਰਨ ਲਈ ਤਿਆਰ ਹੈ। ਜੀ ਬਿਲਕੁਲ। ਤੇ ਉਹ ਤਾਂ ਇਹ ਵੀ ਆਪਾਂ ਵੀਡੀਓ ਦੇਖਦੇ ਆ ਨਾ ਵੀ ਉਹ ਬਿਰਲਾ ਸਾਹਿਬ ਕਹਿ ਰਹੇ ਨੇ, ਜਿਹੜੇ ਸਪੀਕਰ ਨੇ, ਉਹ ਕਹਿੰਦੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੋਲਣ ਲੱਗੇ, ਪ੍ਰਧਾਨ ਮੰਤਰੀ ਨਹੀਂ ਬੋਲਣ ਦਿੱਤਾ, ਨਰਿੰਦਰ ਮੋਦੀ ਨਹੀਂ ਬੋਲਣ ਦਿੱਤਾ। ਜਿਸ ਵਿਸ਼ੇ ਨਾਲ ਸੰਬੰਧਿਤ ਤੁਸੀਂ ਸ਼ਬਦ ਹੀ ਹਟਾ ਦੇਵੋਗੇ ਤੇ ਫਿਰ ਉਹ ਵਿਸ਼ਾ ਕੀ ਰਹਿ ਜਾਊਗਾ, ਉਹਦੇ 'ਚ ਚਰਚਾ ਕੀ ਰਹਿ ਜਾਊਗੀ। ਅਗਲੀ ਗੱਲ ਕਰੀਏ ਸ਼ਰਮਾ ਜੀ ਆਪਾਂ ਵਿਕਰਮ ਮਜੀਠੀਆ ਦੀ, ਕਹਿੰਦੇ ਇਹਨਾਂ ਨੂੰ ਕੋਈ ਨਵਾਂ ਟਾਸਕ ਮਿਲ ਗਿਆ ਜੀ ਮਜੀਠੀਏ ਨੂੰ। ਜਦੋਂ ਵਿਕਰਮ ਮਜੀਠੀਆ ਜ਼ਮਾਨਤ ਤੇ ਬਾਹਰ ਆਏ ਜੀ, ਆਪਾਂ ਉਸੇ ਸਮੇਂ ਗੱਲ ਕਰ ਰਹੇ ਸੀ ਕਿ ਉਹਨਾਂ ਦੀ ਜੋ ਪਹਿਲੀ ਸਪੀਚ ਹੈ, ਭਾਸ਼ਣ ਹੈ, ਪਹਿਲਾ ਮੀਡੀਆ ਰਾਹੀਂ ਸੁਨੇਹਾ ਹੈ, ਉਹ 'ਚ ਨਿਸ਼ਾਨੇ ਤੇ ਸੱਤਾ ਤੇ ਉਹਨਾਂ ਦੇ ਹਾਈ ਕਮਾਂਡ ਕੇਜਰੀਵਾਲ ਐਂਡ ਪਾਰਟੀ ਤਾਂ ਹੈਗੀ ਨੇ, ਪਰ ਜਿਹੜੀ ਉਹ ਗੱਲ ਕਹਿ ਰਹੇ ਨੇ ਕਿ ਮੈਂ ਧੰਨਵਾਦ ਕਰਦਾ ਸੁਨੀਲ ਜਾਖੜ ਦਾ, ਮੈਂ ਧੰਨਵਾਦ ਕਰਦਾ ਕੈਪਟਨ ਅਮਰਿੰਦਰ ਦਾ, ਮੈਂ ਧੰਨਵਾਦ ਕਰਦਾ ਤਰੁਣ ਚੁੱਗ ਦਾ, ਮੈਂ ਧੰਨਵਾਦ ਕਰਦਾ ਆਪਣੇ ਉਹ ਸਾਥੀਆਂ ਦਾ ਜਿਹੜੇ ਹੋਰ ਪਾਸੇ ਗਏ ਹੋਏ ਨੇ ਪਰ ਹੈ ਸਾਡੇ ਹੀ ਨੇ। ਮਤਲਬ ਆਪਣੇ ਅਕਾਲੀਆਂ ਨਾਲੋਂ ਵੱਧ ਨਾਮ ਉਹਨਾਂ ਨੇ ਦੂਜੀ ਪਾਰਟੀਆਂ ਦੇ ਲਏ, ਔਰ ਜਾਖੜ ਤੇ ਕੈਪਟਨ ਦਾ ਨਾਮ ਉਹ ਸ਼ੁਰੂ 'ਚ ਲੈ ਰਹੇ ਨੇ। ਸਹੀ ਆ। ਉੱਥੇ ਜੇਲ੍ਹ ਦੇ ਬਾਹਰ ਵੀ ਤੇ ਬਾਅਦ 'ਚੋਂ ਮੀਡੀਆ ਨਾਲ ਗੱਲ ਕਰਦੇ ਆ ਵਾਰ-ਵਾਰ ਵੀ ਜੀ। ਸੋ ਜਾਖੜ ਤੇ ਕੈਪਟਨ ਦੋ ਨਾਂ ਉਹ ਨੇ ਜਿਹੜੇ ਪਹਿਲੇ ਦਿਨ ਤੋਂ ਗੱਠਜੋੜ ਦੀ ਪੈਰਵੀ ਕਰਦੇ ਤੁਰੇ ਆ ਰਹੇ ਨੇ। ਬਾਦਲ ਸਾਹਿਬ ਦੇ ਭੋਗ ਤੋਂ ਲੈ ਕੇ ਬਾਦਲ ਸਾਹਿਬ ਦੀ ਬਰਸੀ ਤੱਕ ਜਾਖੜ ਨੇ ਇਸ ਗੱਲ ਦੀ ਪੈਰਵੀ ਕੀਤੀ ਹੈ ਜਨਤਕ ਤੌਰ ਤੇ। ਕੈਪਟਨ ਅਮਰਿੰਦਰ ਖੁੱਲ ਕੇ ਕਹਿ ਚੁੱਕਿਆ ਭੁੱਲ ਜਵੇ ਭਾਜਪਾ ਫਿਰ ਜੇ ਆਊਗੀ ਪੰਜਾਬ 'ਚ, ਇਹ ਤੋਂ ਬਿਨਾਂ ਤਾਂ ਨਹੀਂ ਆਉਂਦੀ। ਜਦੋਂ ਕਿ RSS ਨਾਲ ਸੰਬੰਧਿਤ ਬੀਜੇਪੀ ਦੀ ਪੰਜਾਬ ਲੀਡਰਸ਼ਿਪ ਗੱਠਜੋੜ ਨਹੀਂ ਚਾਹੁੰਦੀ, ਪਤਾ ਨਹੀਂ ਉਹਨਾਂ ਨੇ ਇਹਨਾਂ ਨਾਲ ਗੱਠਜੋੜ 'ਚ ਸਰਕਾਰ ਹੰਢਾਈ ਆ, ਉਹਨਾਂ ਨੂੰ ਤਾਂ ਡਰ ਲੱਗੀ ਜਾਂਦਾ ਕਿ ਪਤਾ ਨਹੀਂ ਫੇਰ ਸਾਨੂੰ ਉੱਠਣ ਦੇਣਗੇ ਕਿ ਨਹੀਂ ਉੱਠਣ ਦੇਣਗੇ, ਹੈ ਨਾ। ਤੇ ਜਾਂ ਉਹਨਾਂ ਨੂੰ ਲੱਗਦਾ ਕਿ ਲੈ ਵੀ ਫੇਰ ਜੇ ਇਹਨਾਂ ਨਾਲੇ ਜਾਣਾ ਫੇਰ ਕੀ ਫਾਇਦਾ। ਪਰ ਜਿਹਨੇ ਸੱਤਾ ਦੇ ਪਹਿਲੂ ਤੋਂ ਦੇਖਣਾ ਹੁੰਦਾ ਉਹ ਆਪਣਾ ਮੌਕੇ ਦੀ ਨਜਾਕਤ ਦੇ ਹਿਸਾਬ ਨਾਲ ਦੇਖਦੇ ਨੇ ਕਿ ਫੇਰ ਫਾਇਦਾ ਕੀ, ਤਾਂ ਬਾਹਰ ਹੀ ਰਹਿ ਜਾਣਗੇ ਬੈਠੇ, ਚਾਹੇ ਬੀਜੇਪੀ ਕਰਨੀ ਹੋਈ ਹੈ ਚਾਹੇ ਅਕਾਲੀਆਂ ਕਰਨੀ ਹੋਈ ਹੈ। ਬਿਲਕੁਲ ਬਿਲਕੁਲ। ਹੁਣ ਇਹਦੇ ਵਿੱਚੋਂ ਕੱਲ ਮਤਲਬ ਕਿ ਜਦੋਂ ਮੀਡੀਆ ਨਾਲ ਦੁਬਾਰਾ ਸੰਬੋਧਨ ਕਰ ਰਹੇ ਸੀ ਵਿਕਰਮ ਮਜੀਠੀਆ, ਤਾਂ ਉਹਨਾਂ ਨੇ ਇੱਕ ਗੱਲ ਕਹੀ ਕਿ ਜੀ ਬਸ ਵਾਹਿਗੁਰੂ ਕਿਰਪਾ ਕਰਨ ਜੀ, ਮੈਂ ਜ਼ਿੰਮੇਵਾਰੀ ਨਿਭਾਉਂਗਾ ਜੀ, ਮੈਂ ਸਾਰੇ ਖਿਲਰਾ ਅਕਾਲੀ ਦਲ ਇਕੱਠਾ ਕਰ ਦੂੰ। ਖਿਲਰੇ ਅਕਾਲੀ ਦਲ ਤੋਂ ਮਤਲਬ ਉਹਨਾਂ ਦਾ ਲਗਭਗ ਪੁਨਰ ਸਰਜੀਤ ਵਾਲਾ ਅਕਾਲੀ ਦਲ ਆ। ਮਾਨ ਦਲ ਤੇ ਹੋ ਸਕਦਾ ਅੰਮ੍ਰਿਤਪਾਲ ਵਾਲੇ ਦਲ ਕੰਨੀ ਨਾ ਜਾਣ ਉਹ। ਸਹੀ ਗੱਲ ਹੈ, ਬਿਲਕੁਲ। ਹਾਂ, ਅੰਮ੍ਰਿਤਪਾਲ ਦੇ ਦਲ ਕੰਨੀ ਗਏ ਮਨਪ੍ਰੀਤ ਆਲੀ ਨੂੰ ਜ਼ਰੂਰ ਮੋੜ ਕੇ ਲਿਆ ਸਕਦੇ ਨੇ ਉਹ, ਕਿਉਂਕਿ ਉਹਨਾਂ ਨਾਲ ਉਹਨਾਂ ਦਾ ਮਿੱਤਰਚਾਰਾ ਚੰਗਾ ਹੈਗਾ ਬਿਲਕੁਲ, ਹੈ ਨਾ। ਤੇ ਆਪ ਹੀ ਉਹ ਕਹਿੰਦੇ ਨੇ ਕਿ ਢੀਂਡਸਿਆਂ ਦੇ ਨਾਲ ਵੀ ਸਾਡੀ ਪਰਿਵਾਰਕ ਸਾਂਝ ਹੈ ਜੀ, ਚੰਦੂ ਮਾਜਰਿਆਂ ਨਾਲ ਵੀ ਹੈਗੀ, ਇਹਦਾ ਮਤਲਬ ਸਾਰਿਆਂ ਦਾ ਜ਼ਿਕਰ ਆਉਣਾ। ਤੇ ਇਹ ਕੀ ਉਹ ਸਾਰਿਆਂ ਨੂੰ ਵਾਪਸ ਲਿਆ ਕੇ ਅਕਾਲੀ ਦਲ ਦੇ ਵਿੱਚ ਸੁਖਬੀਰ ਬਾਦਲ ਦੇ ਝੰਡੇ ਥੱਲੇ ਇਕੱਠਾ ਕਰਨਗੇ ਜਾਂ ਕਿ ਆਪਣਾ ਮਾਠੀ ਹੋਰ ਖੜਾ ਕਰਨਗੇ ਪਾਰਟੀ ਦੇ ਅੰਦਰ? ਸਹੀ ਮੈਂ ਵੀ ਇਹੀ ਕਹਿਣ ਲੱਗਾ ਸੀ, ਬਿਲਕੁਲ ਸਹੀ। ਸੋ ਸਵਾਲ ਇਹ ਹੈ ਕਿ ਉਹ ਹੁਣ ਉਹ ਕੀ ਇੱਕ ਬਰਾਬਰ ਇੱਕ ਨਵੀਂ ਧਿਰ ਖੜਾ ਕਰਨ ਦਾ ਉਹਨਾਂ ਨੂੰ ਪਲੇਟਫਾਰਮ ਦੇ ਦਿੱਤਾ ਗਿਆ। ਇਹ ਜਾਦੂ ਦੀ ਜੱਫੀ ਕੰਨ 'ਚ ਕੋਈ ਮੰਤਰ ਵੀ ਫੂਕ ਗਈ ਹੈ। ਸੋ ਸਵਾਲ ਤਾਂ ਇਹ ਹੈ ਕਿ ਸੁਨੇਹਾ ਕਿੱਥੋਂ ਆਇਆ, ਟਾਸਕ ਕਿਹਦਾ? ਸਹੀ ਹੈ। ਕੀ ਅੰਦਰ 7 ਮਹੀਨਿਆਂ ਦੇ ਵਿੱਚ ਵਿਕਰਮ ਮਜੀਠੀਆ ਨੇ ਇਸ ਗੱਲ ਦਾ ਮੰਥਨ ਕੀਤਾ ਕਿ ਪੰਜਾਬ ਦੀ ਸੱਤਾ 'ਚ ਆਉਣ ਦੇ ਲਈ ਅਕਾਲੀ ਬੀਜੇਪੀ ਨੂੰ ਇਕੱਠਿਆਂ ਆਉਣਾ ਪਊਗਾ, ਉਹਦੇ ਲਈ ਪਹਿਲਾਂ ਅਕਾਲੀ ਦਲ ਇਕੱਠਾ ਹੋਵੇ ਫਿਰ ਬੀਜੇਪੀ ਨੂੰ ਕਹਾਂਗੇ? ਕੀ ਇਹ ਮੰਥਨ 'ਚੋਂ ਜਨਮਿਆ ਜੀ? ਕੀ ਇਹ ਸਿਆਸੀ ਸੂਝ ਚੋਂ ਜਨਮਿਆ ਕਿ ਉੱਥੇ ਉਹਨਾਂ ਨੂੰ ਕੱਲੇ ਸੀ, ਨਵੇਕਲੇ ਸੀ, ਸੋਚਣ ਦਾ ਬਹੁਤ ਸੀ, ਪੂਰਾ ਜੋੜ ਘਟਾ ਨਕਸ਼ਾ ਬਣਾ ਕੇ ਦੇਖਿਆ ਉਹਨਾਂ ਨੇ, ਤਾਂ ਉਹਨਾਂ ਨੂੰ ਲੱਗਿਆ ਕਿ ਇਹ ਤੋਂ ਬਿਨਾਂ ਨਹੀਂ ਸਰਨਾ? ਸਹੀ ਜਿਹੋ ਜਿਹਾ ਅਕਾਲੀ ਦਲ ਖਿਲ ਲਿਆ, ਸੁਖਬੀਰ ਬਾਦਲ ਕੋਲ ਤਾਂ ਚੰਗੇ 117 ਉਮੀਦਵਾਰ ਵੀ ਨਹੀਂ ਲੱਭਣੇ। ਜੀ। ਤੋ ਕੀ ਇਸ ਲਈ ਉਹਨਾਂ ਨੂੰ ਲੱਗਿਆ ਕਿ ਗਿਆਨੀ ਹਰਪ੍ਰੀਤ ਸਿੰਘ ਵਰਗਿਆਂ ਨੂੰ ਵੀ ਨਾਲ ਲਈ ਆਈਏ, ਕਿ ਉਧਰ ਨੂੰ ਵੀ ਤੁਰ ਪਏ ਨੇ ਹੁਣੇ? ਜਾਂ ਬੀਜੇਪੀ ਨੇ ਇਹ ਸੁਨੇਹਾ ਵਿਕਰਮ ਮਜੀਠੀਆ ਨੂੰ ਅੰਦਰ ਬੈਠਿਆਂ ਦੇਤਾ ਕਿ ਜੇ ਗੱਠਜੋੜ ਕਰਨਾ ਤਾਂ ਪਹਿਲਾਂ ਤੈਅ ਕਰ ਲਓ ਕਿ ਕਿਹੜਾ ਅਕਾਲੀ ਦਲ, ਤੇ ਜੇ ਇਕੱਠੇ ਹੋ ਕੇ ਆਉਂਗੇ ਫੇਰ ਜੀ। ਸਹੀ ਹੈ। ਤੇ ਇਹ ਵੀ ਗਰੰਟੀ ਹੈ ਕਿ ਇਸ ਵਾਰ 50% ਤੋਂ ਥੱਲੇ ਮੰਨਣਾ ਨਹੀਂ ਭਾਜਪਾ ਨੇ। ਇਹ ਕਮਾਲ ਦੀ ਭਾਜਪਾ ਹੈ ਜਿਹੜੀ ਮਤਲਬ ਕਿ ਜੇ ਤਾਂ ਲੋੜ ਹੈ ਤਾਂ ਕਿਸੇ ਵੀ ਖੇਤਰੀ ਪਾਰਟੀ ਨੂੰ ਸਿਰ ਤੇ ਬਿਠਾ ਲਓ, ਤੇ ਜਦੋਂ ਖਿਲਾਰਨਾ ਤਾਂ ਚਟਾਲਿਆਂ ਤੋਂ ਲੈ ਕੇ ਸ਼ਿਵ ਸੈਨਾ ਤੱਕ ਨੂੰ ਖਿਲਾਰ ਦੋ, ਪੁੱਛ ਲਓ ਜਾ ਕੇ। ਸਹੀ ਗੱਲ ਹੈ ਨਾ। ਤੇ ਜਦੋਂ ਬਰਾਬਰ ਤੇ ਲਿਆਉਣਾ ਤਾਂ ਝਾਤ ਮਾਰ ਲਓ, ਮਤਲਬ ਕਿ ਬਿਹਾਰ ਦੇ ਵਿੱਚ ਕਿਵੇਂ ਨਤੀਸ਼ ਨੂੰ ਕਿੱਥੇ ਤੱਕ ਪਹੁੰਚ ਗਈ ਬੀਜੇਪੀ। ਸਹੀ ਹੈ। ਸੋ ਪਿੱਛੇ ਇਲਾਕੇ ਤੇ ਕਿਵੇਂ ਹੁਣ ਬਰਾਬਰ ਖੜੀ ਆ। ਸੋ ਉਸੇ ਤਰੀਕੇ ਕਰਨ ਨਾਲ ਕੀ ਅੱਜ ਇਹਨਾਂ ਨੂੰ ਲੱਗਦਾ ਕਿ ਚਲੋ ਹੁਣ ਲੋੜ ਹੈ ਸੱਤਾ ਲਈ ਤਾਂ ਇਕੱਠੇ ਕਰ ਲਓ ਅਕਾਲੀ ਦਲ, ਤੇ ਪਰ ਲਿਆਵਾਂਗੇ ਬਰਾਬਰ ਤੇ। ਸੋ ਹੁਣ ਇਸ ਕੰਮ ਦੇ ਲਈ ਇਹ ਟਾਸਕ ਕੀ ਵਿਕਰਮ ਮਜੀਠੀਆ ਨੂੰ ਮਿਲਿਆ। ਵਿਕਰਮ ਮਜੀਠੀਆ ਜਿਹੜੇ ਕਹਿੰਦੇ ਨੇ ਕਿ ਮੈਂ ਇਕੱਠੇ ਕਰੂੰਗਾ,
ਇਹ 2 ਦਸੰਬਰ ਦੇ ਹੁਕਮਨਾਮੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਚੁੱਲ੍ਹੇ ਸਮੇਟਣ ਵਾਲੇ ਤੋਂ ਬਾਅਦ ਵੀ ਚੁੱਲ੍ਹੇ ਨਵੇਂ ਬਣ ਗਏ। ਉਹ ਕੰਮ ਜਿਹੜਾ ਉਹ ਹੁਕਮਨਾਮਾ ਨਹੀਂ ਕਰ ਸਕਿਆ, ਜਿਹੜਾ ਸਰਵੋੱਚਮ ਸਥਾਨ ਤੋਂ ਆਇਆ ਜੀ। ਉਹ ਕੰਮ ਜੇ ਬਿਕਰਮ ਮਜੀਠੀਆ ਕਰਨ ਜਾ ਰਹੇ ਨੇ, ਕੀ ਇਹਦੇ ਪਿੱਛੇ ਰਾਜਨੀਤਿਕ ਪੈਂਤੜੇਬਾਜ਼ੀ ਤੈਅ ਹੋ ਗਈ ਹੈ, ਸਕ੍ਰਿਪਟ ਤੈਅ ਹੈ, ਉਹ ਸਕ੍ਰਿਪਟ ਦੇ ਤਹਿਤ ਅੱਗੇ ਵਧਿਆ ਜਾ ਰਿਹਾ, ਤੇ ਹੁਣ ਇਹ ਸੁਖਬੀਰ ਲਈ ਚੁਣੌਤੀ ਬਣਨਗੇ ਕਿ ਸਹਾਇਕ ਹੋਣਗੇ, ਇਹ ਆਉਂਦਾ ਸਮਾਂ ਦੱਸੂਗਾ। ਸਹੀ ਹੈ, ਬਿਲਕੁਲ ਬਿਲਕੁਲ। ਤੇ ਅਗਲੀ ਗੱਲ ਕਰੀਏ ਭਾਜਪਾ ਦੀ, ਕਹਿੰਦੇ ਡੇਰਿਆਂ ਰਾਹੀਂ ਪੰਜਾਬ ਦੇ ਵਿੱਚ ਐਂਟਰੀ ਕਰਨ ਜਾ ਰਹੀ ਹੈ ਭਾਜਪਾ। ਮੈਨੂੰ ਤਾਂ ਲੱਗਦਾ ਜੀ ਕਰ ਗਈ ਆ। ਸਹੀ ਹੈ, ਬਿਲਕੁਲ। ਕਰਨ ਕੀ ਜਾਣਾ, ਕਰ ਗਈ ਆ। ਤੁਸੀਂ ਦੇਖੋ ਕਿ ਡੇਰਾ ਸਿਰਸੇ ਵਾਲਾ ਬਾਰ-ਬਾਰ ਪੈਰੋਲ ਤੇ ਬਾਹਰ ਆਉਂਦਾ, ਔਰ ਆਪਣੇ ਪਿਛਲੇ ਪ੍ਰੋਗਰਾਮਾਂ 'ਚ ਜਾਂ ਜਿਹੜੇ ਸੋਸ਼ਲ ਮੀਡੀਆ ਤੇ ਗੂਗਲ ਤੇ ਸਾਰਾ ਸਰਚ ਕਰਨਾ ਜਾਣਦੇ ਨੂੰ, ਸਰਚ ਕਰਕੇ ਦੇਖ ਲੈਣ। ਆਪਾਂ ਕਿੰਨੀ ਵਾਰ ਗੱਲ ਕੀਤੀ ਹੈ ਕਿ ਵੀ ਜਦੋਂ ਵੀ ਪੰਜਾਬ ਜਾਂ ਹਰਿਆਣੇ ਨਾਲ ਸੰਬੰਧਿਤ ਕੋਈ ਚੋਣ ਹੁੰਦੀ ਹੈ, ਸਹੀ ਹੈ ਨਾ, ਜਾਂ ਜਿੱਥੇ ਉਹਦਾ ਪ੍ਰਭਾਵ ਹੈਗਾ ਉਸ ਕਿਤੇ ਜਦੋਂ ਚੋਣ ਹੁੰਦੀ ਹੈ, ਉਹਦੇ ਨੇੜੇ ਹੀ ਉਸ ਨੂੰ ਪੈਰੋਲ ਮਿਲਦੀ ਹੈ। 90% ਉਹਨੂੰ ਪੈਰੋਲ ਉਦੋਂ ਮਿਲੀ, ਚਲੋ ਹੁਣ ਤਾਂ ਲਗਾਤਾਰ ਹੀ ਮਿਲੀ ਜਾਂਦੀ, ਕੋਈ ਮਤਲਬ ਹੀ ਨਹੀਂ ਹੁਣ ਤਾਂ, ਹੈ ਨਾ। ਪਰ ਤੁਸੀਂ ਉਹ ਨੇੜਾ ਝਾਤ ਮਾਰ ਕੇ ਦੇਖੋ, ਉਹਦਾ ਇਲੈਕਸ਼ਨ ਨਾਲ ਸੰਬੰਧ ਬਹੁਤ ਆ। ਮੈਂ ਕਹਿੰਦਾ ਨਾ ਵੀ ਹੋਵੇ ਉਹਦੇ ਤੇ, ਉਹ ਮਿਹਰਬਾਨੀਆਂ ਦਾ ਮੁੱਲ ਤਾਂ ਚਾਹੂਗੀ ਨਾ ਸੱਤਾਧਾਰੀ ਧਿਰ ਕਿ ਹਾਂ ਕਿ ਸਾਨੂੰ ਉਹਦਾ ਮੁੱਲ ਮਿਲੇ। ਬਿਲਕੁਲ। ਸੋ ਕੀ ਡੇਰਾ ਸਿਰਸਾ ਨੂੰ ਬਾਰ-ਬਾਰ ਮਿਲ ਰਹੀ ਪੈਰੋਲ ਕੱਲੇ ਹਰਿਆਣਾ ਲਈ, ਕੱਲੀ ਹਰਿਆਣੇ ਦੀ ਬੀਜੇਪੀ ਲਈ ਉਹ ਸਹਾਈ ਹੈ, ਜਾਂ ਪੰਜਾਬ 'ਚ ਮਾਲਵੇ 'ਚ ਪੈਰ ਲਵਾਉਣ ਲਈ ਬੀਜੇਪੀ ਲਈ ਸਹਾਈ ਹੋਊਗੀ? ਸਹਾਈ, ਬਿਲਕੁਲ ਬਿਲਕੁਲ। ਅੱਜ ਵੀ ਮਾਲਵੇ ਦੇ ਵਿੱਚ ਡੇਰਾ ਪ੍ਰੇਮੀਆਂ ਦੀ ਕਮੀ ਨਹੀਂ ਹੈ। ਬਿਲਕੁਲ, ਚੰਗਾ ਆਧਾਰ ਹੈ ਡੇਰੇ ਦਾ। ਹਾਂ, ਉਹ ਸੀਟ ਜਿਤਾ ਸਕਦੇ ਆ ਜਾਂ ਨਹੀਂ, ਇਹ ਵੱਖਰੀ ਗੱਲ ਹੈ, ਪਰ ਡੇਰੇ ਦੇ ਕਹੇ ਤੇ ਇੱਕ ਥਾਂ ਵੋਟਾਂ ਜ਼ਰੂਰ ਪਾ ਸਕਦੇ ਆ। ਤੋ ਇਸ ਲਈ ਇਹਦਾ ਮਤਲਬ ਮਾਲਵੇ ਨੂੰ ਸਾਧਣ ਦੀ ਬੀਜੇਪੀ ਦੀ ਕੋਸ਼ਿਸ਼ ਬਾਇਆ ਸਰਸਾ ਜੀ। ਤੇ ਜੇ ਇੱਥੇ ਡੇਰੇ ਰਾਹੀਂ ਹੈ ਤਾਂ ਫਿਰ ਮਾਝੇ ਦੇ ਵਿੱਚ ਕੀ ਉਹਨਾਂ ਨੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਰਾਹੀਂ ਦਾਖਲਾ ਲੈ ਲਿਆ? ਕੀ ਮਾਝੇ ਦੇ ਵਿੱਚ ਉਹਨਾਂ ਨੂੰ ਲੱਗਦਾ ਕਿ ਹਾਂ ਸਾਡੇ ਲਈ ਡੇਰਾ ਬਿਆਸ ਰਾਧਾ ਸਵਾਮੀਆਂ ਦਾ ਡੇਰਾ ਸਹਾਈ ਹੋਊਗਾ? ਕੀ ਉਸ ਰੋਲ 'ਚੋਂ ਆ ਗਏ ਨੇ? ਆ ਸਾਰਾ ਘਟਨਾਕ੍ਰਮ ਜੋ ਕੁਝ ਵਾਪਰਿਆ ਹਾਲ ਹੀ ਦੇ ਵਿੱਚ, ਹੈ ਨਾ, ਬਿਕਰਮ ਮਜੀਠੀਆ ਵਾਲਾ, ਜਾਂ ਲਗਾਤਾਰ ਉਹਨਾਂ ਦਾ ਵੱਖ-ਵੱਖ ਲੀਡਰਾਂ ਕੋਲ ਜਾਣਾ ਹੈ, ਉਹ ਚਾਹੇ ਗਿਆਨੀ ਹਰਪ੍ਰੀਤ ਸਿੰਘ ਦੀ ਗੱਲ ਹੋਵੇ ਤੇ ਚਾਹੇ ਇਧਰ ਬਿਕਰਮ ਮਜੀਠੀਆ ਨਾਲ ਦੋਸਤੀ ਰਿਸ਼ਤੇਦਾਰੀ ਦੀ ਗੱਲ ਹੋਵੇ। ਸੋ ਇਹ ਸਾਰਾ ਕੁਛ ਕੀ ਉਸੇ ਕਵਾਇਦ 'ਚ ਜਿਹੜੀ ਗੱਲ ਆਪਾਂ ਕਹਿੰਦੇ ਬਿਕਰਮ ਮਜੀਠੀਆ ਨੂੰ ਟਾਸਕ ਮਿਲਿਆ? ਸਹੀ। ਕਿ ਉਹੀ ਨਰਿੰਦਰ ਮੋਦੀ ਮਤਲਬ ਕਿ ਡੇਰਾ ਬਿਆਸ ਆ ਰਹੇ ਨੇ, ਬਾਬਾ ਗੁਰਿੰਦਰ ਸਿੰਘ ਢਿੱਲੋਂ? ਦੇਖੋ, ਜੇ ਤੁਸੀਂ ਇਸ ਗੱਲ 'ਚ ਜਾਓਗੇ ਤਾਂ ਸਾਰੀਆਂ ਪਾਰਟੀਆਂ ਦੇ ਲੀਡਰ ਉੱਥੇ ਜਾਂਦੇ ਨੇ। MLA ਦੇ ਉਮੀਦਵਾਰ ਤੋਂ ਲੈ ਕੇ MP ਦੇ ਉਮੀਦਵਾਰ ਤੋਂ ਲੈ ਕੇ ਮੁੱਖ ਮੰਤਰੀ ਤੋਂ ਲੈ ਕੇ ਪੰਜਾਬ ਦੇ ਮੰਤਰੀ ਤੱਕ ਉੱਥੇ ਲਾਈਨ ਲਾ ਕੇ ਖੜੇ ਨੇ। ਜੇ ਰਾਜਨੀਤਿਕ ਚਿਹਰਿਆਂ 'ਚੋਂ ਦੇਖਣ ਦਾ ਇਹਨਾਂ 'ਚੋਂ ਚਿਹਰਾ ਮੋਦੀ ਵੀ ਹੈ। ਸਹੀ ਹੈ। ਪਰ ਜੇ ਪ੍ਰਧਾਨ ਮੰਤਰੀ ਦੇ ਰੁਤਬੇ ਵਜੋਂ ਵੇਖਣਾ, ਫਿਰ ਸੋਚਣ ਦੀ ਗੱਲ ਹੈ ਕਿ ਜੇ ਪ੍ਰਧਾਨ ਮੰਤਰੀ ਵੀ ਉੱਥੇ ਆ ਰਿਹਾ, ਔਰ ਉਹ ਪ੍ਰਧਾਨ ਮੰਤਰੀ ਜਿਹੜਾ ਪ੍ਰਧਾਨ ਮੰਤਰੀ ਘੱਟ ਪਾਰਟੀ ਦਾ ਲੀਡਰ ਵੱਧ ਬਣ ਕੇ ਵਿਚਰਦਾ, ਫਿਰ ਉਹਦੇ ਰਾਜਨੀਤਿਕ ਅਰਥ ਨੇ। ਬਿਲਕੁਲ ਹੈਗੇ ਨੇ। ਪਰ ਇਹ ਤਾਂ ਉਹ ਨੇ ਜਿਹੜੀ ਆਪਣੀਆਂ ਤਸਵੀਰਾਂ ਖਿਚਾਉਂਦੇ ਵੀ ਨੇ, ਸੋਸ਼ਲ ਮੀਡੀਆ ਤੇ ਪਾਉਂਦੇ ਵੀ ਨੇ, ਪ੍ਰਚਾਰ ਵੀ ਕਰਦੇ ਨੇ ਕਿ ਬਾਬਾ ਜੀ ਨਾਲ ਸਾਡੀ ਨੇੜਤਾ ਜੀ, ਬਾਬਾ ਜੀ ਸਾਡੀ ਗੱਲ ਸੁਣਦੇ ਆ ਜੀ, ਸਾਡੇ ਸਿਰ ਤੇ ਹੱਥ ਰੱਖਦੇ ਆ ਜੀ, ਹੈ ਨਾ, ਸਾਡੇ ਨਾਲ ਤੁਰਦੇ ਫਿਰਦੇ ਆ ਜੀ, ਖਾਂਦੇ ਪੀਂਦੇ ਆ ਜੀ, ਸਾਡੇ ਆਉਂਦੇ ਜਾਂਦੇ ਆ ਜੀ, ਤਾਂ ਉਹ ਨੇ। ਪਰ ਇੱਕ ਉਹ ਧਿਰ ਹੈ ਜਿਹੜੀ ਗੁਪਚੁਪ ਕੰਮ ਕਰਦੀ ਹੈ ਜੀ। ਸਹੀ ਹੈ। ਉਹ ਹੈ RSS, ਰਾਸ਼ਟਰੀ ਸਵੈ ਸੇਵਕ ਸੰਘ। ਉਹਦੇ ਮੁਖੀ ਮੋਹਨ ਭਾਗਵਤ 4 ਵਾਰ ਡੇਰਾ ਬਿਆਸ ਆ ਚੁੱਕੇ ਨੇ। ਕੋਈ ਤਾਮਝਾਮ ਨਹੀਂ, ਕੋਈ ਰੋਲਾ ਰੱਪਾ ਨਹੀਂ, ਕੋਈ ਦਿਖਾਵਾ ਨਹੀਂ, ਕੋਈ ਸੋਸ਼ਲ ਮੀਡੀਆ ਤੇ ਵੀਡੀਓ ਪੋਸਟਾਂ ਨਹੀਂ। ਉਹ ਬੰਦ ਕਮਰਾ ਕਿਹੜਾ ਸਤਸੰਗ ਹੁੰਦਾ ਹੈ ਜੀ, ਇਹ ਸਵਾਲ ਹੈ। ਸੋ ਇਸ ਲਈ ਕੀ ਮਾਝੇ ਨੂੰ ਜਾਂ ਮਾਝੇ ਦੇ ਨਾਲ ਲੱਗਦੇ ਦੁਆਬੇ ਦੇ ਜਿਹੜੇ ਖੇਤਰ 'ਚ ਅਸਰ ਹੈ, ਜਾਂ ਜਿੱਥੇ ਤੱਕ ਵੀ ਰਾਧਾ ਸਵਾਮੀ ਡੇਰੇ ਦਾ ਅਸਰ ਹੈ, ਉਸ ਨੂੰ ਇਸ ਤਰੀਕੇ ਨਾਲ ਇਸ ਡੇਰੇ ਨਾਲ ਸਾਧਿਆ ਜਾ ਰਿਹਾ ਬੀਜੇਪੀ ਵੱਲੋਂ। ਸਹੀ ਹੈ। ਤੇ ਰਹੀ ਗੱਲ ਦੁਆਬੇ ਦੀ, ਦੁਆਬੇ ਦੇ ਵਿੱਚ ਹਾਲ ਹੀ ਦੇ ਵਿੱਚ ਪਹਿਲਾਂ ਸੰਤ ਨੰਜਾ ਦਾਸ ਜੀ ਨਾਲ ਮੁਲਾਕਾਤ ਪ੍ਰਧਾਨ ਮੰਤਰੀ ਦੀ, ਫਿਰ ਪਦਮ ਸ਼੍ਰੀ, ਬਿਲਕੁਲ, ਹੈ ਨਾ, ਤੇ ਫਿਰ ਉੱਥੇ ਫੇਰੀ ਜੀ। ਮਤਲਬ ਇੱਕੋ ਸਮੇਂ ਇੰਨੀਆਂ ਮਿਹਰਬਾਨੀਆਂ, ਇੱਕੋ ਸਮੇਂ ਇੰਨੀ ਸ਼ਰਧਾ ਜਾਗ ਗਈ। ਅੱਜ ਤੋਂ ਪਹਿਲਾਂ ਵੀ ਤਾਂ ਗੁਰੂ ਰਵਿਦਾਸ ਜੀ ਦਾ ਸਥਾਨ ਇੱਥੇ ਹੀ ਸੀ। ਅਚਾਨਕ ਇਹ ਭਗਤੀ ਭਾਵਨਾ, ਇਹ ਵੋਟ ਭਗਤੀ ਭਾਵਨਾ। ਸਹੀ ਹੈ। ਹੋਰ ਕੁਛ ਨਹੀਂ, ਇਹ ਤੋਂ ਬਾਅਦ ਕੁਛ ਨਹੀਂ। ਸੋ ਇਹ ਜਿੱਥੇ ਦਿਖਦਾ ਇਹਨਾਂ ਨੂੰ ਕਿ ਹਾਂ ਇੱਥੇ ਜਾ ਕੇ ਸਾਨੂੰ ਰਾਜਨੀਤਿਕ ਲਾਹਾ ਹੁੰਦਾ, ਉੱਥੇ ਮੂਹਰੇ ਖੜਦੇ ਨੇ ਜੀ। ਤੇ ਦੂਜਿਆਂ ਨੂੰ ਲੀਡਰ ਤੋੜਨਾ, ਕਹਿ ਨਾ ਹੋਵੇ ਕਿ ਚੰਨੀਓ ਲੀਡਰ ਬਣ ਜਾਵੇ ਇਹਨਾਂ ਦਾ, ਇਹ ਉਹ ਵੀ ਹੈ ਇੱਕ, ਹਨਾ। ਸੋ ਇਸ ਤਰੀਕੇ ਕਾਰ ਨਾਲ ਵੀ ਦਾਖਲ ਹੋਣਾ। ਸੋ ਉਹ ਫਿਰ ਇਹਦੇ ਨਾਲ ਦੁਆਬਾ ਸਾਧਣ ਦੀ ਕੋਸ਼ਿਸ਼ ਹੈ। ਤੇ ਇੱਥੇ ਹੀ
ਰਾਜਾ ਨਾਭ ਕੰਵਲ ਵਾਲਾ ਉਹ ਸਥਾਨ ਵੀ ਹੈ ਜਿੱਥੇ ਬੀਜੇਪੀ ਹੁਣ ਗੇੜੇ ਮਾਰਨ ਲੱਗ ਪਈ, ਉਹ ਵੀ ਬੰਗੇ ਦਾ ਉਹ ਖੇਤਰ। ਸੋ ਇਸ ਲਈ ਮਾਝਾ, ਮਾਲਵਾ, ਦੁਆਬਾ ਤਿੰਨਾਂ ਨੂੰ 3.5 ਡੇਰਿਆਂ ਦੇ ਰਾਹੀਂ ਉਹ ਸਿੱਧਾ ਸਾਧਨ ਦੀ ਕੋਸ਼ਿਸ਼ ਹੈ, ਕਿਉਂਕਿ ਕਿਸੇ ਸਮੇਂ ਮੁੱਦਿਆਂ ਦੀ ਲੜਾਈ ਹੁੰਦੀ ਸੀ ਪੰਜਾਬ 'ਚ, ਖਾਸ ਕਰਕੇ ਅਕਾਲੀ ਖੇਤਰੀ ਪਾਰਟੀ ਦੇ ਨਾਤੇ ਪੰਥ ਦੀ, ਕੌਮ ਦੀ, ਕਿਸਾਨੀ ਦੀ, ਸੂਬੇ ਦੀ ਪਹਿਰੇਦਾਰੀ ਕਰਦਾ ਸੀ। ਸਹੀ ਹੈ। ਜਦੋਂ ਆਪਣੀ ਸੋਚ ਤੋਂ, ਵਿਚਾਰ ਤੋਂ, ਸਿਧਾਂਤ ਤੋਂ ਉਲਟ ਜਾ ਕੇ ਬੀਜੇਪੀ ਨਾਲ ਗੱਠਜੋੜ ਕੀਤਾ ਤੇ ਪੰਜਾਬ ਨੂੰ ਤਲਾਂਜਲੀ ਦੇਤੀ, ਫਿਰ ਕਾਂਗਰਸ, ਬੀਜੇਪੀ ਤੇ ਅਕਾਲੀ ਦਲ 'ਚ ਕੋਈ ਬੜਾ ਫਰਕ ਨਹੀਂ ਰਹਿ ਗਿਆ। ਜੀ ਜੀ ਸਹੀ ਹੈ, ਬਿਲਕੁਲ। ਤੇ ਆਮ ਆਦਮੀ ਪਾਰਟੀ ਦਾ ਰੰਗ ਸਭ ਨੇ ਦੇਖ ਲਿਆ। ਸੋ ਉਸ ਸਮੇਂ ਮੁੱਦਿਆਂ ਦੀ ਰਾਜਨੀਤੀ ਤੋਂ ਅਸੀਂ ਚੋਣ ਮੈਨੀਫੈਸਟੋ ਦੀ ਰਾਜਨੀਤੀ ਤੱਕ ਆਏ, ਅਸੀਂ ਵਾਅਦਿਆਂ ਦੀ, ਐਲਾਨਾਂ ਦੀ ਰਾਜਨੀਤੀ ਤੱਕ ਆਏ, ਤੇ ਪਿਛਲੀਆਂ ਚੋਣਾਂ ਤੱਕ ਆਉਂਦਿਆਂ ਅਸੀਂ ਗਰੰਟੀ ਦੀ ਰਾਜਨੀਤੀ ਤੇ ਆ ਗਏ। ਪਰ ਉਸ ਦੌਰ ਤੱਕ ਡੇਰਿਆਂ ਦਾ ਪ੍ਰਭਾਵ ਕਾਫੀ ਹੱਦ ਤੱਕ ਕੰਮ ਕਰਨ ਲੱਗ ਪਿਆ ਸੀ। ਪਰ ਮੈਨੂੰ ਲੱਗਦਾ ਕਿ 2027 ਦੀ ਚੋਣ ਹੀ ਡੇਰਿਆਂ ਦੇ ਸਿਰ ਤੇ ਹੋਣੀ ਆ, ਕਿਉਂਕਿ ਨਾ ਮੁੱਦਿਆਂ ਦੇ ਉੱਤੇ ਲੜਨ ਦਾ ਦਮ ਹੈ ਕਿਸੇ ਸਿਆਸੀ ਜਮਾਤ ਕੋਲ, ਸਹੀ ਬਿਲਕੁਲ ਸਹੀ, ਨਾ ਮੁੱਦਿਆਂ ਦੀ ਸਮਝ ਹੈ, ਨਾ ਇੰਨੀ ਉਹ ਮਿਹਨਤ ਕਰਨ ਦੀ ਤਸ਼ੱਦਦ ਹਿੰਮਤ ਹੈ ਕਿ ਅਸੀਂ ਵੋਟਰਾਂ ਦੇ ਦਰ ਤੱਕ ਜਾਈਏ। ਇਹਨਾਂ ਨੂੰ ਲੱਗਦਾ ਕਿ ਥੋਕ 'ਚ ਜੇ ਬਾਬੇ ਦੇ ਕਹੇ ਤੇ ਵੋਟਾਂ ਸਾਰੀਆਂ ਪੈਂਦੀਆਂ ਤਾਂ ਬਲਕ ਵੋਟ ਬੈਂਕ ਦੇ ਲਈ ਕੰਮ ਕਰੋ, ਉੱਥੇ ਜਾ ਕੇ ਨੱਕ ਰਗੜ ਲਓ, ਇੰਨੇ ਨਾਲੇ ਸਰ ਜੂਗਾ। ਸੋ ਇਸ ਲਈ ਇਹ ਰਾਜਨੀਤੀ ਜੇ ਫੜਨੀ ਹੈ ਤੇ ਫਿਰ ਇਹਦੇ ਵਿੱਚ ਬੀਜੇਪੀ ਨਾਲੋਂ ਵੱਧ ਤਾਕਤਵਰ ਕੌਣ ਹੈ ਜੀ? ਸਹੀ, ਪੈਸੇ ਪੱਖੋਂ ਵੀ, ਸੱਤਾ ਪੱਖੋਂ ਵੀ, ਪਹੁੰਚ ਪੱਖੋਂ ਵੀ ਹੈ, ਤੇ ਰਾਜਨੀਤੀ ਨੂੰ ਗੇੜਾ ਦੇਣ ਦੇ ਪੱਖੋਂ ਵੀ। ਸੋ ਸਾਰੇ ਨੁਕਤਿਆਂ ਤੋਂ ਤਾਕਤ ਰੱਖਣ ਵਾਲੀ ਧਿਰ ਡੇਰਿਆਂ ਰਾਹੀਂ ਪੰਜਾਬ 'ਚ ਦਾਖਲ ਹੋ ਰਹੀ ਹੈ। ਬਿਲਕੁਲ, ਇਹ ਸੋਚਣ ਦੀ ਲੋੜ। ਇਹਦਾ ਮਤਲਬ ਕੁਝ ਖਾਸ ਵੱਡਾ ਹੋਣ ਵਾਲਾ 2027 'ਚ ਪੰਜਾਬ 'ਚ। ਜੀ ਸਹੀ ਆ। ਤੇ ਆਪਾਂ ਨੇ ਵੀ ਹਮੇਸ਼ਾ ਚਰਚਾ ਕਰਦੇ ਰਹਿੰਦੇ ਹਾਂ ਕਿ ਜਿਹੜੀ ਇੰਜੀਨੀਅਰਿੰਗ ਹੈ ਬੀਜੇਪੀ ਦੀ, ਉਹ ਦੂਜੀਆਂ ਪਾਰਟੀਆਂ ਨਾਲੋਂ ਬਹੁਤ ਅੱਗੇ ਦੀ ਆ। ਮਤਲਬ ਦੂਜੀਆਂ ਪਾਰਟੀਆਂ ਤਾਂ ਉਸ ਇੰਜੀਨੀਅਰਿੰਗ ਦੇ ਜਿੱਤੇ ਊੜੇ ਆੜੇ ਤੇ ਫਿਰਦੀਆਂ ਹੁੰਦੀਆਂ ਤੇ ਇਹ ਉਦੋਂ ਨੂੰ ਪੂਰਾ ਕਰ ਜਾਂਦੀਆਂ 35। ਅਗਲੀ ਗੱਲ ਕਰੀਏ ਜਾਂਦੇ ਮਮਤਾ ਬੈਨਰਜੀ ਦੀ, ਆਪਣੇ ਸੂਬੇ ਦੇ ਲਈ ਨਾ ਸਿਰਫ ਸੰਵਿਧਾਨਕ ਅਹੁਦੇ ਤੇ ਬੈਠੇ ਨੇ, ਬਲਕਿ ਕਹਿੰਦੇ ਕਾਲਾ ਕੋਟ ਵੀ ਪਾ ਲਿਆ ਜੀ। ਪ੍ਰਵੀਨ ਜੀ, ਆਪਾਂ ਅੱਗੇ ਵੀ ਕਈ ਵਾਰ ਗੱਲ ਕਰਦੇ ਰਹੇ ਹਾਂ ਕਿ ਪੰਜਾਬ ਤੇ ਬੰਗਾਲ ਦੀ ਤਸਵੀਰ ਮਿਲਦੀ ਹੈ, ਬਿਲਕੁਲ ਮਿਲਦੀ ਹੈ। ਆਜ਼ਾਦੀ ਦੀ ਲੜਾਈ ਦਾ ਇਤਿਹਾਸ ਦੇਖ ਲਓ, ਇਹ ਦੋ ਸੂਬੇ ਨੇ ਜਿੱਥੋਂ ਦੇ ਲੋਕ ਮੁੱਦਿਆਂ ਲਈ ਖੜਦੇ ਨੇ, ਮਸਲਿਆਂ ਲਈ ਖੜਦੇ ਨੇ, ਹੱਕਾਂ ਲਈ ਖੜਦੇ ਨੇ, ਦੂਜੇ ਦੇ ਮਸਲੇ ਲਈ ਵੀ ਅਸੀਂ ਲੜਨ ਭੜਨ ਲਈ ਤਿਆਰ ਹੋ ਜਾਂਦੇ ਹਾਂ। ਬਿਲਕੁਲ। ਪਰ ਅਫਸੋਸ ਇਸ ਗੱਲ ਦਾ ਕਿ ਸਾਡੀ ਲੀਡਰਸ਼ਿਪ ਹੁਣ ਬੋਣੀ ਹੋ ਗਈ ਆ। ਲੋਕ ਲੜ ਰਹੇ ਨੇ, ਸੰਸਥਾਵਾਂ ਲੜ ਰਹੀਆਂ ਨੇ, ਜਥੇਬੰਦੀਆਂ ਲੜ ਰਹੀਆਂ ਨੇ, ਹੈਨਾ, ਵਿਅਕਤੀ ਆਪੋ ਆਪਣੇ ਪਲੇਟਫਾਰਮਾਂ ਤੇ ਲੜ ਰਹੇ ਨੇ, ਪਰ ਸਿਆਸੀ ਜਮਾਤ ਨਹੀਂ, ਕੋਈ ਵੀ ਕਿਸੇ ਵੀ ਪਾਰਟੀ, ਕਿਸੇ ਵੀ ਧਿਰ ਦਾ ਲੀਡਰ। ਸਹੀ ਹੈ। ਕੇਂਦਰੀਕਰਨ ਦੇ ਖਿਲਾਫ, ਸੂਬਿਆਂ ਦੇ ਹੱਕਾਂ ਦੇ ਡਾਕੇ ਦੇ ਖਿਲਾਫ, ਮਤਲਬ ਬਿਆਨ ਦੇਣ ਦੀ ਵੀ ਹਿੰਮਤ ਨਹੀਂ ਹੁੰਦੀ। ਬਿਆਨ ਲੜਨਾ ਤਾਂ ਬਹੁਤ ਦੂਰ ਦੀ ਗੱਲ ਆ, ਧਰਾਤਲ ਤੇ ਆਉਣਾ ਤਾਂ ਬਹੁਤ ਦੂਰ ਦੀ ਗੱਲ ਆ, ਰਾਜਨੀਤਿਕ ਲੜਾਈ ਲੜਨਾ ਤਾਂ ਬਹੁਤ ਦੂਰ ਦੀ ਗੱਲ ਆ, ਬਿਆਨ ਦੇਣ ਦੀ ਵੀ ਹਿੰਮਤ ਨਹੀਂ। ਮਤਲਬ ਰਾਹੁਲ ਗਾਂਧੀ ਦੇ ਉਪਾਸਕ ਤਾਂ ਬਣੇ ਹੋਏ ਨੇ ਟਿਕਟਾਂ ਲੈਣ ਲਈ, ਪਰ ਉਹਦੇ ਬੂਟਾਂ 'ਚ ਪੈਰ ਪਾਉਣ ਜੋਗੇ ਵੀ ਨਹੀਂਗੇ, ਉਹਦੇ ਮੁੱਦਿਆਂ ਤੇ ਵੀ ਖੜਨ ਜੋਗੇ ਨਹੀਂਗੇ। ਤਾਂ ਤੇ ਇਸ ਤਰੀਕੇ ਕਾਰ ਨਾਲ ਜੇ ਕੋਈ ਦੇਸ਼ ਦੇ ਵਿੱਚ ਸੂਬੇ ਤੋਂ ਆ ਕੇ ਦਿੱਲੀ 'ਚ ਆਡਾ ਲੈਣ ਵਾਲਾ ਲੀਡਰ ਦਿਖਦਾ ਤਾਂ ਇੱਕੋ ਦਿਖਦਾ, ਮਮਤਾ ਬੈਨਰਜੀ। ਸਹੀ ਹੈ। ਜਦੋਂ ਕਿਸਾਨ ਅੰਦੋਲਨ ਸੀ ਤਾਂ ਉਸ ਸਮੇਂ ਮਮਤਾ ਬੈਨਰਜੀ ਨੇ ਜਿਵੇਂ ਬੰਗਾਲ ਜਿੱਤਿਆ ਸੀ, ਪੱਛਮੀ ਬੰਗਾਲ, ਤੇ ਉਸ ਤੋਂ ਬਾਅਦ ਇੱਕ ਮਾਹੌਲ ਬਣਦਾ ਜਾ ਰਿਹਾ ਸੀ ਕਿ ਵੀ ਮਮਤਾ ਬੈਨਰਜੀ ਦੇਸ਼ ਦੀ ਲੀਡਰ ਬਣ ਸਕਦੀ ਆ, ਉਹ ਮੋਦੀ ਨੂੰ ਸਿੱਧੀ ਟੱਕਰ ਦੇ ਸਕਦੀ ਆ। ਪਰ ਮਮਤਾ ਬੈਨਰਜੀ ਨੇ ਆਪਣੇ ਆਪ ਨੂੰ ਪੱਛਮੀ ਬੰਗਾਲ ਤੱਕ ਸੀਮਤ ਕੀਤਾ ਕਿ ਉਹਦੇ ਮਨ 'ਚ ਇੱਛਾ ਨਹੀਂ ਹੋਊਗੀ ਕਿ ਮੈਂ ਵੀ ਪ੍ਰਧਾਨ ਮੰਤਰੀ ਸੁਪਨਾ ਲੈ ਲਵਾਂ, ਉੱਠੀ ਹੋਣੀ। ਪਰ ਉਹਨੇ ਧਰਾਤਲ ਪਹਿਚਾਣੀ, ਉਹ ਕੇਜਰੀਵਾਲ ਨਹੀਂ ਸੀ। ਸਹੀ ਗੱਲ ਕਿ ਹਾਂ ਅੱਗਾ ਦੌੜ ਪਿੱਛਾ ਛੋੜ, ਦਿੱਲੀ ਵੀ ਗਵਾ ਲਿਆ ਤੇ ਮੈਂ ਗੁਜਰਾਤ ਵੀ ਚੱਲਿਆ ਜੀ, ਮੈਂ ਗੋਆ ਵੀ ਚੱਲਿਆ ਜੀ, ਮੈਂ ਹੈਨਾ, ਜਿਹੜੇ ਪੰਜਾਬ ਨੇ ਤੁਹਾਨੂੰ ਇੰਨਾ ਸਿਰ ਤੇ ਬਿਠਾਇਆ ਸੀ, ਪੰਜਾਬ ਦੇ ਸਿਰ ਤੇ ਗਲੀਆਂ ਕਰਨ ਲੱਗ ਪਏ, ਉਹਦਾ ਹੈਲੀਕਾਪਟਰ ਹੈਗਾ। ਉਹ ਕੇਜਰੀਵਾਲ ਨਹੀਂ ਸੀ, ਉਹ ਮਮਤਾ ਬੈਨਰਜੀ ਆ। ਉਹਨੇ ਕਿਹਾ ਕਿ ਮੇਰੀ ਤਾਕਤ ਜੇ ਸੂਬੇ 'ਚ ਤਾਂ ਮੈਂ ਪਹਿਲਾਂ ਸੂਬੇ ਨੂੰ ਤਾਂ ਮਤਲਬ ਸੁਰੱਖਿਅਤ ਕਰਾਂ ਤੇ ਦੇਸ਼ ਦੀ ਗੱਲ ਦੇਖਾਂਗੇ ਜੀ। ਇਸ ਲਈ ਜਦੋਂ ਇਹਨਾਂ ਦਾ ਇੰਡੀਆ ਗੱਠਜੋੜ ਜਾਏ ਬਣਿਆ, ਉਹਦੇ ਵਿੱਚ ਵੀ ਉਹ ਉਸ ਤਰ੍ਹਾਂ ਦੀ ਭੂਮਿਕਾ 'ਚ ਨਹੀਂ ਆਉਣਾ ਉਹਨੇ ਪਸੰਦ ਕੀਤਾ ਕਿ ਮੈਂ ਸੂਬੇ ਦੇ ਲਈ ਲੜਨਾ, ਤੇ ਉਹ ਲੜਦੀ ਦਿਖੀ। ਸੋ ਹੁਣ ਜਿਵੇਂ SIR ਦੇ ਮਾਮਲੇ ਦੇ ਉੱਤੇ ਉਹਨੇ ਖੁਦ ਬਹਿਸ ਕੀਤੀ ਸੁਪਰੀਮ ਕੋਰਟ 'ਚ ਆ ਕੇ, ਉਹਨੇ ਦੱਸਤਾ ਕਿ ਇਹ ਹੁੰਦੇ ਨੇ ਲੜਾਈ ਲੜਨ ਵਾਲੇ ਲੋਕ। ਆਪਾਂ ਲਗਾਤਾਰ ਪੰਜਾਬ ਦੇ ਹਵਾਲੇ ਨਾਲ ਗੱਲ ਕਰਦੇ ਆਏ ਆ ਕਿ ਪੰਜਾਬ ਦੇ ਉੱਤੇ ਇੰਨੇ ਅਟੈਕ ਕੇਂਦਰੀ ਹੋ ਰਹੇ ਨੇ,
ਕੇਂਦਰ ਵੱਲੋਂ ਪਾਣੀਆਂ ਦਾ ਅਟੈਕ ਹੋਇਆ, SYL ਵਾਲਾ ਮਸਲਾ ਸਾਡੇ ਸਿਰ ਤੇ ਖੜਾ ਹੈ, ਡੈਮਾਂ ਦੇ ਕੰਟਰੋਲ ਦਾ ਹੋਇਆ, ਆ ਫੰਡਾਂ ਵਾਲਾ ਹੋਇਆ, ਹੜ੍ਹਾਂ 'ਚ ਫੰਡ ਦੇਣ ਦਾ ਮਸਲਾ ਆਇਆ। ਕਿਹੜੇ ਮੁੱਦੇ ਤੇ ਤੁਸੀਂ ਜਾ ਕੇ ਉੱਥੇ ਰਾਜਨੀਤਿਕ ਲੜਾਈ ਲੜੀ? ਆਪਾਂ ਤਾਂ ਇਹ ਜੰਤਰ ਮੰਤਰ ਤੱਕ ਨਹੀਂ ਜਾਂਦੇ, ਸੁਪਰੀਮ ਕੋਰਟ ਕਾਲਾ ਕੋਰਟ ਤੱਕ ਕੀ ਪਾਉਣਗੇ? ਸਹੀ ਗੱਲ ਹੈ, ਬਿਲਕੁਲ। ਉਹ ਤਾਂ ਬਹੁਤ ਵੱਡੀ ਗੱਲ। ਕੋਈ ਦੂਜੀ ਧਿਰ ਵੀ ਕਦੇ ਘੇਰਦੀ ਨਜ਼ਰ ਨਹੀਂ ਆਉਂਦੀ। ਕਾਂਗਰਸ ਇਸ ਤਾਕਤ ਨਾਲ ਪੰਜਾਬ ਚ ਆਉਣ ਲਈ ਕਾਹਲੀ ਹੈ, ਸੱਤਾ ਚ ਆਉਣ ਲਈ, ਇਸ ਤੱਕ ਤੇ ਲੜਨ ਲਈ ਤਿਆਰ ਨਹੀਂ। ਸੋ ਇਸ ਲਈ ਮਮਤਾ ਬੈਨਰਜੀ ਤੋਂ ਅੱਜ ਦੀ ਲੀਡਰਸ਼ਿਪ ਨੂੰ ਸਿੱਖਣ ਦੀ ਲੋੜ ਹੈ। ਸਵਾਲ ਜਿੱਤ ਹਾਰ ਦਾ ਨਹੀਂ। ਹੋ ਸਕਦਾ ਹੈ ਬਲਡੋਜ਼ਰ ਕਲਚਰ ਉੱਥੇ ਕਿਸ ਤਰ੍ਹਾਂ ਚੱਲ ਜਾਵੇ ਤੇ ਕੀ ਹੋਵੇ ਚੋਣਾਂ ਚ, ਇਹ ਨਹੀਂ ਅਸੀਂ ਕੁਝ ਕਹਿ ਰਹੇ। ਕਹਿਣ ਦਾ ਮਤਲਬ ਮਮਤਾ ਦੀ ਜਿੱਤ ਪੱਕੀ ਹੋਆ। ਸਹੀ ਗੱਲ। ਤੇ ਉਹ ਜੋ ਲੜਾਈ ਲੜਦੀ ਆ, ਉਹ ਵੀ ਉਹਦੇ ਤੇ ਅੱਜ ਵੀ ਚੋਣਾਂ ਹੈਗੀਆਂ। ਉਹਨੂੰ ਵੀ ਪਤਾ ਕਿ ਮੈਂ ਚੋਣਾਂ ਜਿੱਤਣੀਆਂ ਤੇ ਕਿਹੜੇ ਵਰਗ ਨੂੰ ਨਾਲ ਲੈ ਕੇ ਤੁਰਨਾ, ਕਿਹੜਾ ਵਰਗ ਮੇਰੇ ਨਾਲ ਨਹੀਂ ਆ ਰਿਹਾ, ਇਹ ਵੀ ਉਹ ਜਾਣਦੀ ਹੈ ਜੀ। ਸਹੀ ਹੈ। ਪਰ ਤਾਂ ਵੀ ਉਹ ਸੂਬੇ ਦੇ ਹੱਕਾਂ ਨੂੰ ਧਿਆਨ ਚ ਰੱਖ ਕੇ ਕੇਂਦਰ ਨਾਲ ਅੱਡਾ ਲੈਂਦੀ ਆ। ਇਹ ਸਿੱਖਿਆ ਸਾਡੀ ਲੀਡਰਸ਼ਿਪ ਨੂੰ ਲੈਣ ਦੀ ਲੋੜ ਹੈ, ਚਾਹੇ ਸੱਤਾ ਧਿਰ ਚਾਹੇ ਵਿਰੋਧੀ ਧਿਰ। ਇਹ ਤਾਂ ਆਪਦੀ ਪਾਰਟੀ ਲਈ ਨਹੀਂ ਲੜ ਸਕਦੇ, ਆਪਦੀ ਪੋਲਿਟਿਕਸ ਲਈ ਨਹੀਂ ਲੜ ਸਕਦੇ, ਤੇ ਲੋਕਾਂ ਲਈ ਕੀ ਲੜਨਗੇ ਜੀ। ਤੇ ਸ਼ਰਮਾ ਜੀ, ਤੁਹਾਡਾ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ US।